ਦੋਸਤੋ ਪਿਛਲੇ ਭਾਗ ਦੇ ਵਿੱਚ ਅਸੀਂ ਪੰਜਾਬੀ ਖੋਜ ਨਾਲ ਸੰਬੰਧਿਤ ਮੈਗਜ਼ੀਨ ਬਾਰੇ ਚਰਚਾ ਕੀਤੀ ਸੀ। ਇਸ ਭਾਗ ਦੇ ਵਿੱਚ ਅਸੀਂ ਆਮ ਸਾਹਿਤਕ ਪੰਜਾਬੀ ਮੈਗਜ਼ੀਨਾਂ ਬਾਰੇ ਚਰਚਾ ਕਰਾਂਗੇ। ਤਾਂ ਸਰ, ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਕਿ ਪੰਜਾਬੀ ਸਾਹਿਤਕ ਪੱਤਰਕਾਰੀ ਕਦੋਂ ਤੋਂ ਸ਼ੁਰੂ ਹੁੰਦੀ ਹੈ? ਦੇਖੋ, ਜਿਹੜੀ ਪੰਜਾਬੀ ਸਾਹਿਤਕ ਪੱਤਰਕਾਰੀ ਆ ਉਹ ਅਸਲ ਦੇ ਵਿੱਚ ਤਾਂ ਇਹ ਕਿ ਪੱਤਰਕਾਰੀ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ। ਬਹੁਤ ਇਹ ਕੋਈ ਕਹਿ ਲਓ ਕਿ ਹੁਣ ਇਹਦਾ 125 ਸਾਲ ਦਾ ਇਤਿਹਾਸ ਹੋਣ ਵਾਲਾ ਹੈ। ਪਰ ਜਿਹਨੂੰ ਅਸੀਂ ਕਹਿੰਦੇ ਹਾਂ ਸਾਹਿਤਕ ਪੱਤਰਕਾਰੀ, ਤਾਂ ਸਾਹਿਤਕ ਪੱਤਰਕਾਰੀ ਦੇ ਵਿੱਚ ਦੋ ਜਿਹੜੇ ਰਸਾਲੇ ਆ ਪੁਰਾਣੇ, ਉਹਨਾਂ ਦਾ ਮੈਂ ਨਾਂ ਲੈਣਾ ਚਾਹੁੰਦਾ। ਇੱਕ ਕਵਿਤਾ, ਜਿਹੜਾ ਕਲਕੱਤਾ 'ਚੋਂ ਮੁਨਸ਼ਾ ਸਿੰਘ ਦੁਖੀ ਹੋਰੀ ਕੱਢਦੇ ਹੁੰਦੇ ਸੀ ਜੀ। ਦੂਸਰਾ ਜਿਹੜਾ ਹੈਗਾ ਉਹ ਕਿ ਜਿਹੜੀਆਂ ਬਾਹਰ ਭਾਵਾਂ ਸੀ ਤਾਂ ਉਹ ਸਿਆਸੀ ਰਸਾਲਾ ਜਾਂ ਸਿਆਸੀ ਅਖਬਾਰ ਸੀਗਾ, ਗਦਰ ਗੂੰਜ। ਪਰ ਗਦਰ ਗੂੰਜ ਆ, ਜਿਹੜੀ ਗਦਰ ਅਖਬਾਰ ਸੀਗਾ ਜਿਹੜਾ, ਜਾਂ ਗਦਰ ਗੂੰਜ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਕਵਿਤਾ ਪੰਜਾਬੀ ਦੀ ਛਪੀ ਆ। ਪਰ ਜਿਹਨੂੰ ਕਹਿ ਸਕਦੇ ਹਾਂ ਕਿ ਵਿਧੀਵਤ ਜੇ ਅਸੀਂ ਆਰੰਭੇ ਦਾ ਮੰਨਣਾ ਹੋਵੇ, ਜਾਂ ਜਿਹਨੂੰ ਕਹਿ ਸਕਦੇ ਹਾਂ ਮੀਲ ਪੱਥਰ, ਤਾਂ ਉਹ ਅਸੀਂ ਮੰਨ ਸਕਦੇ ਹਾਂ ਪ੍ਰੀਤ ਲੜੀ ਨੂੰ। ਪ੍ਰੀਤ ਲੜੀ ਹੈ ਜਿਹੜੀ ਉਹ ਕਹਿ ਲਓ ਕਿ ਤੀਜੇ ਦਹਾਕੇ ਦੇ ਵਿੱਚ ਗੁਰਬਖਸ਼ ਸਿੰਘ ਹੋਰਾਂ ਨੇ ਕੱਢਣੀ ਸ਼ੁਰੂ ਕੀਤੀ। ਉਹਨੂੰ ਅਸੀਂ ਕਹਿ ਸਕਦੇ ਹਾਂ ਚੌਥੇ ਦਹਾਕੇ 'ਚ, ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਮੀਲ ਪੱਥਰ ਆ, ਕਿ ਉਹਦੇ ਵਿੱਚ ਸਾਹਿਤਕ ਰਚਨਾਵਾਂ ਛਪਦੀਆਂ ਸੀ। ਜੇ ਪੰਜਾਬੀ ਦੀ ਆਪਣੀ ਜਿਹੜੀ ਸਾਹਿਤਕ ਪੱਤਰਕਾਰੀ ਉਹਦਾ ਇਤਿਹਾਸ ਫਰੋਲਣਾ ਹੋਵੇ ਤਾਂ ਉਹ ਚਾਹੇ ਪ੍ਰੀਤ ਲੜੀ ਹੋਵੇ, ਚਾਹੇ ਉਹ ਇਹ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ, ਚਾਹੇ ਮੋਹਨ ਸਿੰਘ ਦਾ ਪੰਜ ਦਰਿਆ ਹੋਵੇ, ਅਤੇ ਚਾਹੇ ਅਸੀਂ ਕਹਿ ਸਕਦੇ ਹਾਂ ਕਿ ਅੰਮ੍ਰਿਤਾ ਪ੍ਰੀਤਮ ਦੀ ਨਾਗਮਣੀ, ਅਤੇ ਉਸ ਤੋਂ ਬਾਅਦ ਇਹ ਕਹਿ ਸਕਦੇ ਹਾਂ ਕਿ ਪਾਪਾ ਪ੍ਰੀਤਮ ਸਿੰਘ ਵੱਲੋਂ ਕੱਢੇ ਜਾਂਦੀ ਮੈਗਜ਼ੀਨ RC। ਇਹ ਉਹ ਕੁਝ ਮੈਗਜ਼ੀਨ ਨੇ, ਚਾਹੇ ਉਹ ਪੰਜ ਦਰਿਆ ਹੋਵੇ, RC ਹੋਵੇ, ਪ੍ਰੀਤ ਲੜੀ ਹੋਵੇ, ਕਵਿਤਾ ਹੋਵੇ, ਕਿ ਜਿਨ੍ਹਾਂ ਨੇ ਪੰਜਾਬੀ ਦੀ ਸਾਹਿਤਕ ਜਿਹੜੀ ਫਿਜ਼ਾ ਉਹਨੂੰ ਜ਼ਰਖੇਜ਼ ਕੀਤਾ ਜੀ। ਇਹ ਸਰ, ਇਹਨਾਂ ਮੈਗਜ਼ੀਨਾਂ 'ਤੇ ਜਿਹੜੇ ਵਰਤਮਾਨ ਸਮੇਂ ਮੈਗਜ਼ੀਨ ਨੇ, ਜਿੱਦਾਂ ਹੁਣ ਰਾਗ, ਫਿਲਹਾਲ, ਕਹਾਣੀ ਧਾਰਾ, ਅੱਖਰ, ਤਾਸਮਨ ਆ ਰਿਹਾ, ਪ੍ਰੀ ਪੋਇਟਿਕ ਹੈ, ਉਹਨਾਂ ਦੀ ਜਿਹੜੇ ਪੁਰਾਣੇ ਮੈਗਜ਼ੀਨਾਂ ਦੀ ਗੱਲ ਤੁਸੀਂ ਕਰਦੇ ਪਏ, ਅਤੇ ਜਿਹੜੇ ਵਰਤਮਾਨ ਨੇ, ਇਹਨਾਂ ਦੇ ਕੇਂਦਰ ਦੇ ਵਿੱਚ ਕਿਹੜੀਆਂ ਸਾਹਿਤਕ ਵਿਧਾਵਾਂ ਰਹੀਆਂ ਨੇ? ਪ੍ਰੀਤ ਲੜੀ ਦੇ ਵਿੱਚ ਪਹਿਲੀ ਵਾਰੀ ਇਹ ਹੋਇਆ ਕਿ ਵਾਰਤਕ ਨੂੰ ਵੀ ਸਥਾਨ ਮਿਲਣ ਲੱਗਿਆ। ਕਹਾਣੀਆਂ ਵੀ ਛਪਦੀਆਂ ਸੀ ਅਤੇ ਵਾਰਤਕ ਵੀ ਜੀ। ਜਦੋਂ ਅਸੀਂ ਪਹੁੰਚਦੇ ਹੈਗੇ ਹਾਂ ਕਿ ਨਾਗਮਣੀ ਤੱਕ, ਨਾਗਮਣੀ ਦੇ ਵਿੱਚ ਕਵਿਤਾ ਵੀ ਛਪਦੀ ਸੀਗੀ, ਕਹਾਣੀਆਂ ਵੀ ਛਪਦੀਆਂ ਸੀ, ਅਤੇ ਉਹਦੇ ਵਿੱਚ ਵਾਰਤਕ, ਖਾਸ ਕਰਕੇ ਜਿਹੜੀ ਨਿੱਜ ਮੂਲਕ ਵਾਰਤਕ ਹੈਗੀ ਹੈ, ਕਿ ਮੇਰਾ ਕਮਰਾ, ਮੁਲਾਕਾਤਾਂ, ਸਾਹਿਤਕਾਰਾਂ ਦੇ ਛੋਟੇ ਛੋਟੇ ਜਿਹੜੇ ਜ਼ਿੰਦਗੀ ਦੇ ਕੋਈ ਘਟਨਾਵਾਂ ਹੁੰਦੀਆਂ ਉਹਨਾਂ ਦਾ ਵਰਣਨ, ਰੇਖਾ ਚਿੱਤਰ, ਇਹ ਚੀਜ਼ਾਂ ਛਪਣ ਲੱਗੀਆਂ। RC ਦੇ ਵਿੱਚ ਇਹ ਕਹਿ ਲਈਏ ਕਿ ਲੰਮੇ ਨਾਟਕਾਂ ਅਤੇ ਨਾਵਲ ਨੂੰ ਛੱਡ ਕੇ ਸਭ ਕੁਝ ਹੀ ਛਪਦਾ ਸੀਗਾ। ਕਹਾਣੀਆਂ ਵੀ ਛਪਦੀਆਂ ਸੀ, ਕਵਿਤਾਵਾਂ ਵੀ ਛਪਦੀਆਂ ਸੀਗੀਆਂ, ਫਿਰ ਰੇਖਾ ਚਿੱਤਰ ਵੀ ਛਪਦੇ ਸੀਗੇ। ਤਾਂ ਇਹ ਹੌਲੀ ਹੌਲੀ ਜਿਹੜਾ ਹੈਗਾ ਇਹਦਾ ਵਿਸਤਾਰ ਹੁੰਦਾ ਗਿਆ। ਫਿਰ ਵੀ ਕੁਝ ਜਿਹੜੇ ਜਿਹਨੂੰ ਕਹਿ ਸਕਦੇ ਹਾਂ ਕਿ ਰਸਾਲੇ ਨੇ, ਉਹ ਵਿਸ਼ੇਸ਼ ਵਿਧਾ 'ਤੇ ਜ਼ੋਰ ਦਿੰਦੇ ਆ। ਜਿਵੇਂ ਮੈਂ ਕਿ ਨਾਂ ਹੀ ਇੱਕ ਦਾ ਮੈਂ ਕਿ ਕਹਾਣੀ ਧਾਰਾ ਹੈ, ਇੱਕ ਕਹਾਣੀ ਪੰਜਾਬ ਜੀ। ਇਵੇਂ ਮੈਂ ਕਿ ਜਿਹੜਾ ਬਹੁਤ ਜ਼ਿਆਦਾ ਜਿਹੜਾ ਸਮਾਂ ਕਹਾਣੀ ਨੂੰ ਦਿੱਤਾ ਇਹਨੇ ਸਿਰਜਣਾ ਨੇ। ਮੈਨੂੰ ਲੱਗਦਾ ਹੈ ਕਿ ਆਪਾਂ ਮੋਟੇ ਜਿਹੇ ਤੌਰ 'ਤੇ ਵੰਡ ਲਈਏ ਕਿ ਦੇਸ਼ ਵੰਡ ਤੋਂ ਪਹਿਲਾਂ ਕਵਿਤਾ ਜ਼ਿਆਦਾ ਛਪਦੀ ਸੀਗੀ, ਦੇਸ਼ ਵੰਡ ਤੋਂ ਬਾਅਦ ਆ ਜਿਹੜੀ ਉਹ ਕਹਾਣੀ ਨੂੰ ਅਤੇ ਵਾਰਤਕ ਨੂੰ ਜ਼ਿਆਦਾ ਥਾਂ ਮਿਲਣ ਲੱਗੀ। ਇਹ ਮੋਟੀ ਜਿਹੀ ਵੰਡ ਆ। ਵੈਸੇ ਤਾਂ ਜਿਹੜੇ ਰਸਾਲੇ ਉਹਦੇ ਵਿੱਚ ਸਾਰਾ ਕੁਝ ਹੀ ਛਪਦਾ ਹੁੰਦਾ ਜਾਂ ਮੈਗਜ਼ੀਨਾਂ ਦੇ ਵਿੱਚ। ਜੀ, ਆਪਾਂ ਕਵਿਤਾ ਦੀ ਗੱਲ ਕਰਦੇ ਪਏ ਤਾਂ ਸਰ, ਇੱਕ ਮੈਗਜ਼ੀਨ ਆ ਪ੍ਰੀ ਪੋਇਟਿਕ, ਵਿਸ਼ਵ ਕਵਿਤਾ ਨੂੰ ਸਮਰਪਿਤ, ਇਹਦੇ ਬਾਰੇ ਦੱਸੋ ਜੀ। ਪ੍ਰੀ ਪੋਇਟਿਕਾ ਜਿਹੜਾ ਮੈਗਜ਼ੀਨ ਹੈਗਾ, ਪ੍ਰੀ ਪੋਇਟਿਕ, ਇਹਦੀ ਇੱਕ ਖਾਸੀਅਤ ਇਹ ਆ ਕਿ ਅਸੀਂ ਬਹੁਤ ਵਾਰੀ ਕਹਿੰਦੇ ਹਾਂ ਕਿ ਜਿਹੜੀ ਪੁਰਾਣੀ ਪੀੜ੍ਹੀ ਦੇ ਉਹ ਰਸਾਲੇ ਆ ਜਿਹੜੇ ਉਹ ਬੰਦ ਹੁੰਦੇ ਜਾਂਦੇ, ਜਿਵੇਂ RC ਬੰਦ ਹੋ ਗਿਆ, ਨਾਗਮਣੀ ਬੰਦ ਹੋ ਗਿਆ, ਤਾਂ ਨਵੀਂ ਪੀੜ੍ਹੀ ਕੀ ਕਰ ਰਹੀ ਹੈ, ਅਤੇ ਇਹ ਨਵੀਂ ਪੀੜ੍ਹੀ ਦੀ ਇੱਕ ਤਰ੍ਹਾਂ ਦਾ ਪ੍ਰਤੀਨਿਧੀ ਹੀ ਹੈ। ਤਨਵੀਰ ਅਤੇ ਸ਼ਿਵਦੀਪ ਇਹ ਬੁਨਿਆਦੀ ਤੌਰ 'ਤੇ ਇਹਦੇ ਕਾਮੇ ਆ। ਕਾਮਾ ਸ਼ਬਦ ਆ ਜਿਹੜਾ ਇਹ ਪਹਿਲੀ ਵਾਰੀ ਅੰਮ੍ਰਿਤਾ ਪ੍ਰੀਤਮ ਨੇ ਵਰਤਿਆ ਸੀਗਾ ਨਾਗਮਣੀ ਲਈ, ਹੈ ਸੰਪਾਦਕ ਹੈ ਇਹਦੇ। ਇਹ ਇਸ ਗੱਲੋਂ ਬੜਾ ਮਹੱਤਵਪੂਰਨ ਹੈ ਕਿ ਇਹ ਜ਼ਿਆਦਾ ਜ਼ੋਰ ਇਸ ਗੱਲ 'ਤੇ ਲਾਉਂਦੇ ਆ ਕਿ ਇਸ ਸਮੇਂ ਸਮਕਾਲੀ ਸਮੇਂ ਵਿਸ਼ਵ ਪੱਧਰ 'ਤੇ ਜਿਹੜੀ ਕਵਿਤਾ ਰਚੀ ਜਾ ਰਹੀ ਆ, ਉਸ ਕਵਿਤਾ ਦਾ ਅਨੁਵਾਦ ਪੇਸ਼ ਕਰਦੇ ਆ, ਅਤੇ ਅਨੁਵਾਦ ਦੇ ਨਾਲ ਨਾਲ ਹੀ ਉਹਨਾਂ ਲੇਖਕਾਂ ਬਾਰੇ
ਦੱਸਦੇ ਆ, ਪਰ ਇਹ ਲੇਖਕਾਂ ਬਾਰੇ ਦੱਸਦੇ ਆ ਤੇ ਉਹਨਾਂ ਬਾਰੇ ਕੁਝ ਟਿੱਪਣੀਆਂ ਵੀ ਕਰਦੇ ਆ। ਤੇ ਜਿਹੜੀ ਇਹਨਾਂ ਦੀ ਖੂਬਸੂਰਤ ਗੱਲ ਆ ਕਿ ਜਿਹੜੀ ਟਿੱਪਣੀਆਂ ਉਹ ਆਲੋਚਨਾਤਮਕ ਨਹੀਂ ਹੁੰਦੀਆਂ, ਉਹ ਸਿਰਜਨਾਤਮਕ ਆ। ਤਾਂ ਇਸ ਪੱਖੋਂ ਵਧੀਆ ਹੈਗਾ ਕਿ ਜੇ ਤੁਸੀਂ ਵਿਸ਼ਵ ਕਵਿਤਾ ਬਾਰੇ ਜਾਣਨਾ ਚਾਹੁੰਦੇ ਆ ਤਾਂ ਪ੍ਰੀ ਪੋਇਟਿਕਾ ਤੁਸੀਂ ਮੈਗਜ਼ੀਨ ਆ ਜਿਹੜਾ ਉਹ ਪ੍ਰੀ ਪੋਇਟਿਕਸ ਮੈਗਜ਼ੀਨ ਨੂੰ ਤੁਸੀਂ ਪੜ੍ਹ ਸਕਦੇ ਹੋ। ਜੀ ਜੀ, ਜਿਸ ਤਰ੍ਹਾਂ ਨਵੀਂ ਪੀੜ੍ਹੀ ਦੀ ਗੱਲ ਕਰਦੇ ਹਾਂ ਤਾਂ ਇਹਦੀ ਸੰਪਾਦਕੀ ਮੰਡਲ ਦੇ ਵਿੱਚ ਇੱਕ ਹੋਰ ਮੈਗਜ਼ੀਨ ਇਸ ਕਿਸਮ ਦਾ ਹੈਗਾ ਤਾਸਮਾਨ, ਜਿਹਨੂੰ ਤਰਨਦੀਪ ਬਿਲਾਸਪੁਰ ਜਿਹੜੇ ਉਹਦੇ ਪ੍ਰਬੰਧਕੀ ਸੰਪਾਦਕ ਹੈ ਜੀ ਨਿਊਜ਼ੀਲੈਂਡ ਤੋਂ, ਸਤਪਾਲ ਭੀਖੀ ਜੀ ਸੰਪਾਦਕ ਨੇ। ਇਹਦੇ ਵਿੱਚ ਕੀ ਕੁਝ ਸ਼ਬਦ ਹੈ? ਨਹੀਂ ਦੇਖੋ, ਗੱਲ ਅਸਲ ਦੇ ਵਿੱਚ ਇਹ ਕਿ ਇੱਕ ਬੜੀ ਖੂਬਸੂਰਤ ਗੱਲ ਹੈ ਕਿ ਜਿਵੇਂ ਇਹਦਾ ਨਾਂ ਹੀ ਆ ਤਾਸਮਾਨ, ਤੇ ਬੜਾ ਲੰਮਾ ਸਮਾਂ ਇਹ ਲੱਗਿਆ ਕਿ ਤਾਸਮਾਨ ਕੀ ਨਾਂ ਹੋਇਆ। ਅਸਲ ਦੇ ਵਿੱਚ ਤਾਸਮਾਨ ਨਾਂ ਮੈਂ ਕਿ ਉਸ ਸਮੁੰਦਰ ਦਾ ਹੈਗਾ ਜਿਹੜਾ ਨਿਊਜ਼ੀਲੈਂਡ ਤੇ ਜਾਂ ਕਹਿ ਲਓ ਕਿ ਜਦੋਂ ਅਸੀਂ ਭਾਰਤ ਵਾਲੇ ਪਾਸਿਓਂ ਜਾਂਦੇ ਹਾਂ ਆਸਟ੍ਰੇਲੀਆ ਦੇ ਵਿਚਕਾਰ ਪੈਂਦਾ ਹੈ। ਅੱਛਾ, ਉਸ ਇਸ ਜਿਹਨੂੰ ਕਹਿੰਦੇ ਸਮੁੰਦਰ ਦਾ ਨਾਂ ਹੈ। ਤਾਂ ਇਹ ਇੱਕ ਤਰ੍ਹਾਂ ਦਾ ਕਹਿ ਲਓ ਕਿ ਜਿਵੇਂ ਸਮੁੰਦਰ ਦੋ ਧਰਤੀਆਂ ਨੂੰ ਜੋੜਦਾ, ਇਹ ਐਂ ਕਹਿ ਲਓ ਕਿ ਏਸ਼ੀਆ ਨੂੰ ਜਾਂ ਪੰਜਾਬੀ ਧਰਤੀ ਨੂੰ ਉਹਦੇ ਨਾਲ ਜੋੜਦਾ ਹੈ, ਆਪਣੇ ਆਸਟ੍ਰੇਲੀਆ ਨਾਲ। ਹੁਣ ਤੱਕ ਜਿਹੜਾ ਸਾਡਾ ਪ੍ਰਵਾਸੀ ਸਾਹਿਤ ਦੇ ਕੇਂਦਰ ਸੀਗੇ ਉਹ ਪਹਿਲਾਂ ਤਾਂ ਨੇੜੇ ਨੇੜੇ ਦੇ ਮੁਲਕ ਸੀ, ਜਿਵੇਂ ਸਿੰਗਾਪੁਰ, ਮਲਾਇਆ, ਫਿਰ ਇਹਦੇ ਜਿਹੜਾ ਕੇਂਦਰ ਬਣ ਗਿਆ ਇੰਗਲੈਂਡ, ਤੇ ਬਾਅਦ ਦੇ ਵਿੱਚ ਇੰਗਲੈਂਡ ਤੇ ਅਮਰੀਕਾ ਬਣ ਗਿਆ। ਹੁਣ ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਵਿਦਿਆਰਥੀ ਵਜੋਂ ਜਾਂ ਕੰਮਾਂ-ਕਾਰਾਂ ਦੀ ਭਾਲ ਵਿੱਚ ਬਹੁਤ ਸਾਰੇ ਜਿਹੜੇ ਸਾਹਿਤਕ ਰੁਚੀਆਂ ਵਾਲੇ ਬੰਦੇ ਆ ਉਹ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿੱਚ ਗਏ ਆ। ਉਹਨਾਂ ਦਾ ਇਹ ਉੱਦਮ ਆ, ਪਹਿਲਾਂ ਵੀ ਇੱਕ ਇਸ ਕਿਸਮ ਦਾ ਉੱਦਮ ਹੋਇਆ ਸੀ ਕੂਕਾਬਾਰਾ ਦੇ ਨਾਂ ਥੱਲੇ, ਸ਼ਾਇਦ ਤੁਸੀਂ ਦੇਖਿਆ ਹੋਵੇ ਮੈਗਜ਼ੀਨ ਕੂਕਾਬਾਰਾ। ਤੇ ਇਹ ਜਿਹੜਾ ਤਾਸਮਾਨ ਆ ਇਹਦੇ ਵਿੱਚ ਮੈਨੂੰ ਇਹ ਲੱਗਿਆ ਕਿ ਨਵੇਂ ਜਿਹੜੇ ਲੇਖਕ ਨੇ ਉਹਨਾਂ ਨੂੰ ਕਾਫੀ ਥਾਂ ਮਿਲ ਰਹੀ ਆ। ਤਾਂ ਨਿਸ਼ਚੇ ਹੀ ਇਹਦੇ ਵਿੱਚ ਜਿਹੜਾ ਭਾਰਤ ਦੇ ਵਿੱਚੋਂ ਸਤਪਾਲ ਭੀਖੀ ਇਹਦੇ ਨਾਲ ਇਨਵੋਲਵ ਆ ਤੇ ਉੱਧਰੋਂ ਤਰਨ ਬਿਲਾਸਪੁਰੀ। ਜੀ ਜੀ, ਇੱਕ ਪਰਮਿੰਦਰਜੀਤ ਜੀ ਨੇ ਜਿਹੜਾ ਸ਼ੁਰੂ ਕੀਤਾ ਸੀਗਾ ਜੀ ਅੱਖਰ, ਜਿਹਦੇ ਵਿੱਚ ਪਰਮਿੰਦਰ ਸੋਢੀ ਵਿਸ਼ੇਸ਼। ਅਸਲ ਦੇ ਵਿੱਚ ਜਿਹੜੇ ਤੁਸੀਂ ਅੱਖਰ ਦੀ ਗੱਲ ਕਰਦੇ ਆ ਨਾ, ਬਾਕੀ ਜਿਹੜੇ ਪਰਮਿੰਦਰ ਜੀ ਸਾਡੇ ਵੱਡੇ ਸ਼ਾਇਰ ਸੀਗੇ, ਚੰਗੇ ਸ਼ਾਇਰ ਸੀਗੇ ਜੀ ਜੀ, ਉਹ ਸਾਰੀ ਉਮਰ ਉਹਨਾਂ ਨੇ ਸੰਪਾਦਕੀ ਕੀਤੀ। ਪਹਿਲਾਂ ਇੱਕ ਲੋ ਮੈਗਜ਼ੀਨ ਦਾ ਜ਼ਿਕਰ ਨਹੀਂ ਕੀਤਾ, ਇੱਕ ਲੋ ਮੈਗਜ਼ੀਨ ਕਿਸੇ ਸਮੇਂ ਨਿਕਲਦਾ ਹੁੰਦਾ ਲੋ, ਉਹ ਬੜਾ ਵਧੀਆ ਮੈਗਜ਼ੀਨ ਸੀ ਜੀ, ਪਰ ਬਾਅਦ ਦੇ ਵਿੱਚ ਉਹ ਮੈਗਜ਼ੀਨ ਬੰਦ ਹੋ ਗਿਆ। ਤਾਂ ਪਰਮਿੰਦਰਜੀਤ ਨੇ ਜਿਉਂਦੇ ਜੀ ਆਪਦੇ ਅੱਖਰ ਸ਼ੁਰੂ ਕੀਤਾ ਸੀ ਜੀ। ਹੁਣ ਇਹ ਅੱਖਰ ਆ ਜਿਹੜਾ ਇੱਕ ਤਰ੍ਹਾਂ ਦਾ ਵਿਸ਼ਾਲ ਨੇ ਸੰਭਾਲ ਲਿਆ। ਵਿਸ਼ਾਲ ਨੂੰ ਪਰਮਿੰਦਰਜੀਤ ਨਾਲ ਮੋਹ ਵੀ ਸੀ, ਤੇ ਇਹ ਇੱਕ ਤਰ੍ਹਾਂ ਨਾਲ ਬੁਨਿਆਦੀ ਤੌਰ 'ਤੇ ਤਾਂ ਕਵਿਤਾ ਨੂੰ ਸਮਰਪਿਤ ਸੀਗਾ, ਪਰ ਵਾਰਤਕ ਵੀ ਛਪਦੀ ਆ ਤੇ ਹੋਰ ਵਿਧਾਵਾਂ ਵੀ ਇਹਦੇ ਵਿੱਚ ਛਪਦੀਆਂ ਹੈਗੀਆਂ। ਵਿਸ਼ਾਲ ਬੜੀ ਮਿਹਨਤ ਕਰ ਰਿਹਾ ਹੈਗਾ, ਖਾਸ ਕਰਕੇ ਇਹਨੂੰ ਮੈਗਜ਼ੀਨ ਨੂੰ ਵੱਖ-ਵੱਖ ਥਾਵਾਂ 'ਤੇ ਪਹੁੰਚਾਉਣ ਵਿੱਚ, ਮੈਟਰ ਦੀ ਚੋਣ ਵਿੱਚ ਬਿਆਸ ਹੈਗਾ ਰਹਿੰਦਾ। ਤੇ ਪਰ ਇਹ ਕਹਿ ਲਓ ਕਿ ਅੰਮ੍ਰਿਤਸਰ ਬਿਆਸ ਇੱਕੋ ਹੀ ਗੱਲ ਆ। ਜੀ ਜੀ ਜੀ, ਹੁਣ ਅਸੀਂ ਗੱਲ ਕਰਾਂਗੇ ਜੀ ਕਾਫੀ ਚਰਚਿਤ ਜਿਹੜਾ ਮੈਗਜ਼ੀਨ ਆ ਹੁਣ ਬਾਰੇ। ਅਸਲ ਦੇ ਵਿੱਚ ਇਹ ਕਿ ਜਿਹੜਾ ਹੁਣ ਮੈਗਜ਼ੀਨ ਸੀਗਾ ਉਹ ਬੁਨਿਆਦੀ ਤੌਰ 'ਤੇ ਤਾਂ ਅਵਤਾਰ ਜੰਡਿਆਲਵੀ ਦਾ ਇੱਕ ਸੁਪਨਾ ਸੀਗਾ। ਸਾਡਾ ਕਵੀ ਸੀ, ਇੰਗਲੈਂਡ ਦੇ ਵਿੱਚ ਰਹਿੰਦਾ ਸੀ, ਉਹਦੇ ਮਨ ਦੇ ਵਿੱਚ ਸੀ ਕਿ ਮੈਂ ਕਿ ਇੱਕ ਅਜਿਹਾ ਮੈਗਜ਼ੀਨ ਕੱਢਾਂ ਜਿਹੜਾ ਇੱਕ ਮੀਲ ਪੱਥਰ ਸਾਬਤ ਹੋਵੇ, ਡੀਲੈਕਸ ਐਡੀਸ਼ਨ ਹੋਵੇ, ਬੜਾ ਖੂਬਸੂਰਤ ਮੈਗਜ਼ੀਨ ਹੋਵੇ ਜੀ। ਤੇ ਉਹ ਆਮ ਮੈਗਜ਼ੀਨਾਂ ਵਰਗਾ ਮੈਗਜ਼ੀਨ ਨਾ ਹੋਵੇ, ਜੇ ਉਹਦੇ ਵਿੱਚ ਮੁਲਾਕਾਤ ਵੀ ਛਪਣੀ ਆ ਤਾਂ ਬਹੁਤ ਡਿਟੇਲ ਮੁਲਾਕਾਤ ਛਪੇ। ਤਾਂ ਜੇ ਮੈਂ ਕਿ ਕਹਾਣੀਆਂ ਕਵਿਤਾਵਾਂ ਦੇ ਨਾਲ ਨਾਲ ਮੈਂ ਕਿ ਚਿੱਤਰ ਕਲਾ ਬਾਰੇ ਜਾਂ ਫੋਟੋਗ੍ਰਾਫੀ ਬਾਰੇ ਜਾਂ ਹੋਰ ਕਲਾਵਾਂ ਬਾਰੇ ਵੀ ਉਹਦੇ 'ਚ ਲੇਖ ਛਪਣ। ਬਿਨਾਂ ਸ਼ੱਕ ਮੈਗਜ਼ੀਨ ਕੱਢਣ ਲਈ ਪੈਸੇ ਦੀ ਜ਼ਰੂਰਤ ਹੁੰਦੀ ਆ ਤੇ ਉਹ ਇਹਨੂੰ ਫੰਡਿੰਗ ਵੀ ਕਰਦਾ ਸੀਗਾ ਜੀ। ਇੱਥੋਂ ਯਾਨੀ ਸੁਸ਼ੀਲ ਦੋਸਾਂਝ ਇਹਦੇ ਨਾਲ ਜੁੜਿਆ ਹੋਇਆ ਸੀਗਾ, ਸਾਡਾ ਪੋਇਟ ਆ ਬੜਾ ਅੱਛੀ ਤਰ੍ਹਾਂ। ਮੈਨੂੰ ਲੱਗਦਾ ਕਿ ਜਿੰਨੇ ਵੀ ਬਾਹਰੋਂ ਮੈਗਜ਼ੀਨ ਨਿਕਲਦੇ ਇਹ ਐਕਚੁਅਲੀ ਟੀਮ ਵਰਕ ਹੁੰਦਾ। ਇਕੱਲਾ ਮੈਂ ਕਿ ਨਾ ਜਿਹਨੂੰ ਕਹਿ ਸਕਦੇ ਆ ਤਾਸਮਾਨ ਵਾਲੇ ਕੱਢ ਸਕਦੇ ਆ, ਉਹਨਾਂ ਨੂੰ ਵੀ ਸਤਪਾਲ ਭੀਖੀ ਦੀ ਜ਼ਰੂਰਤ ਪੈਂਦੀ ਹੈ। ਨਾ ਮੈਂ ਕਿ ਇਕੱਲਾ ਜਿਹੜਾ ਸ਼ਿਵਦੀਪ ਕੱਢ ਸਕਦਾ ਉਹਦੇ ਨਾਲ ਵੀ ਤਨਵੀਰ ਆ। ਇਹ ਅਸਲ 'ਚ ਟੀਮ ਵਰਕ ਹੁੰਦਾ। ਅਤੇ ਇਹਦੇ ਹੁਣ ਦੇ ਵਿੱਚ ਵੀ ਸੁਸ਼ੀਲ ਦੋਸਾਂਝ ਕੱਢਦੇ, ਪਰ ਹੁਣ ਉਹ ਨਹੀਂ ਰਹੇ। ਪਰ ਕੁਝ ਅੰਕ ਆ ਜਿਹੜੇ ਉਹ ਸੁਸ਼ੀਲ ਦੋਸਾਂਝ ਨੇ ਕੱਢੇ ਆ। ਇਹਨਾਂ ਦਿਨਾਂ ਦੇ ਵਿੱਚ ਨਹੀਂ ਮੈਨੂੰ ਪਤਾ ਕਿ ਹੁਣ ਇਹਦਾ ਕੋਈ ਤਾਜ਼ਾ ਅੰਕ ਆਇਆ ਕਿ ਨਹੀਂ। ਇਹਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਹੜੀ ਵਿਧਾ 'ਤੇ ਜ਼ਿਆਦਾ ਫੋਕਸ ਰਿਹਾ? ਜਿੱਦਾਂ ਮੈਂ ਗਲਪ ਦੀ ਗੱਲ ਕਰੀ ਸੀ। ਨਹੀਂ, ਅਸਲ ਦੇ ਵਿੱਚ ਤਾਂ ਇਹ ਕਿ ਬੁਨਿਆਦੀ ਤੌਰ 'ਤੇ ਜਿਹੜੇ ਰਸਾਲੇ ਹੁੰਦੇ ਆ ਨਾ, ਉਹ ਭਾਵਾਂ ਕਿੰਨਾ ਹੀ ਜ਼ੋਰ ਲਾਉਣ ਆਰੰਭ ਦੇ ਵਿੱਚ ਕਿ ਅਸੀਂ ਇੱਕ ਵਿਧਾ 'ਤੇ ਰਹਿਣਾ ਸੀਮਤ ਰਹਿ ਨਹੀਂ ਸਕਦੇ ਹੁੰਦੇ, ਕਿਉਂਕਿ ਜੇ ਉਹਨਾਂ ਨੇ ਜ਼ਿਆਦਾ ਆਡੀਅੰਸ ਤੱਕ ਜਾਣਾ ਤਾਂ ਉਹਨੂੰ ਸਾਰਿਆਂ ਦਾ ਹੀ ਖਿਆਲ ਰੱਖਣਾ ਪੈਂਦਾ।
ਜੀ। ਇਹਦੇ ਵਿੱਚ ਜਿਹੜੀਆਂ ਚੰਗੀਆਂ ਗੱਲਾਂ ਸੀਗੀਆਂ ਕਿ ਮੁਲਾਕਾਤ ਇਹਨਾਂ ਦੀ ਬਹੁਤ ਖੂਬਸੂਰਤ ਹੁੰਦੀ ਸੀ, ਕਿਉਂਕਿ ਬਹੁਤ ਹੀ ਐਗਜ਼ਾਸਟਿਵ ਹੁੰਦੀ ਸੀ, ਬਹੁਤ ਵੱਡੀ ਹੁੰਦੀ ਸੀਗੀ। ਜੀ ਜੀ। ਦੂਸਰਾ ਇਹ ਕਿ ਇਹ ਅਨੁਵਾਦਿਤ ਸਾਹਿਤ ਨੂੰ ਵੀ ਥਾਂ ਦਿੰਦੇ ਸੀਗੇ, ਚੰਗਾ ਜਿਹੜਾ ਵਿਸ਼ਵ ਸਾਹਿਤ ਦਾ ਅਨੁਵਾਦ ਆ ਉਹਨੂੰ ਵੀ ਥਾਂ ਦਿੰਦੇ ਸੀ। ਜੀ ਜੀ। ਇਸ ਦੇ ਨਾਲ ਹੀ ਸਰ ਜਿਹੜਾ ਗੁਰਬਚਨ ਜੀ ਦਾ ਫਿਲਹਾਲ, ਬਸ ਇਹ ਗੁਰਬਚਨ ਜੀ ਦਾ ਫਿਲਹਾਲ ਆ। ਇਹ ਕਿਹਾ ਜਾ ਸਕਦਾ ਹੈ ਕਿ ਗੁਰਬਚਨ ਜੀ ਅੰਗਰੇਜ਼ੀ ਸਾਹਿਤ ਦੇ ਵਿੱਚ ਟ੍ਰੇਨਡ ਸੀ, ਪੰਜਾਬੀ ਦੇ ਵਿੱਚ ਬਹੁਤ ਦਿਲਚਸਪੀ ਸੀ, ਮੁੱਢ ਤੋਂ ਹੀ ਉਹ ਸਾਹਿਤ ਨਾਲ ਜੁੜੇ ਹੋਏ ਬੰਦੇ ਸੀ ਜੀ। ਉਹਨਾਂ ਦੀਆਂ ਕੁਝ ਜ਼ਿੰਦਗੀ ਦੇ ਵਿੱਚ ਪੰਜਾਬੀ ਸਾਹਿਤ ਬਾਰੇ, ਕਿਉਂਕਿ ਉਹ ਅੰਗਰੇਜ਼ੀ ਦੇ ਵਿੱਚ ਟ੍ਰੇਨਡ ਸੀ, ਪੰਜਾਬੀ ਸਾਹਿਤ ਬਾਰੇ ਉਹਨਾਂ ਦੀਆਂ ਕੁਝ ਧਾਰਨਾਵਾਂ ਸੀਗੀਆਂ। ਉਹਨਾਂ ਧਾਰਨਾਵਾਂ ਨੂੰ ਪੱਕਿਆਂ ਕਰਨ ਲਈ, ਪ੍ਰਚਾਰਨ ਲਈ ਉਹਨਾਂ ਨੇ ਇਹ ਮੈਗਜ਼ੀਨ ਫਿਲਹਾਲ ਕੱਢਿਆ ਸੀਗਾ। ਭਾਵਾਂ ਇਹਦੇ ਵਿੱਚ ਹੋਰਨਾਂ ਲੋਕਾਂ ਦੀਆਂ ਲਿਖਤਾਂ ਵੀ ਛਪਦੀਆਂ ਸੀ, ਪਰ ਮੈਂ ਕਹਿੰਦਾ ਕਿ ਲਗਭਗ ਅੱਧੋਂ ਤੋਂ ਵੱਧ ਤਾਂ ਉਹ ਇਕੱਲਾ ਹੀ ਲਿਖਦੇ ਸੀਗੇ। ਤਾਂ ਉਹਦੇ ਵਿੱਚ ਵਾਰਤਕ ਨੂੰ ਵੱਡਾ ਥਾਂ ਮਿਲਿਆ ਕਿ ਵਾਰਤਕ ਵੀ ਖਾਸ ਕਰਕੇ ਜਿਹੜੀ ਜਿਹਨੂੰ ਕਹਿ ਸਕਦੇ ਹਾਂ ਕਿ ਤੱਥ ਭਰਪੂਰ ਵੀ, ਸਾਹਿਤਕ ਗੁਣਾਂ ਨਾਲ ਭਰਪੂਰ ਵੀ, ਇਹ ਕਹਿ ਲਓ ਕਿ ਵਾਰਤਕ ਦਾ ਇੱਕ ਉਹਨਾਂ ਨੇ ਮਿਆਰ ਕਾਇਮ ਕੀਤਾ ਜੀ। ਅੱਜ ਕੱਲ੍ਹ ਬੰਦ ਆ ਇਹ। ਅੱਛਾ ਜੀ। ਹਾਂ। ਤੇ ਇਹ ਜਿਹੜੇ ਹੈਗੇ ਨੇ ਉਹ ਸਾਹਿਤਕ ਮੈਗਜ਼ੀਨ ਆ ਜੀ। ਜੇ ਆਪਾਂ ਜਿਹੜਾ ਨਹੀਂ ਸਾਹਿਤਕ ਮੈਗਜ਼ੀਨਾਂ ਬਾਰੇ ਗੱਲ ਕਰਨੀ ਆ ਤਾਂ ਵੇਖੋ ਰਾਗ ਹਾਂਜੀ ਹਾਂਜੀ ਵੀ ਮੈਗਜ਼ੀਨ ਹੈਗਾ, ਤੇ ਸਮਕਾਲੀ ਸਾਹਿਤ ਆ, ਏਕਮ ਆ। ਹਾਂ, ਇਹ ਰਾਗ ਦਾ ਜਿਹੜਾ ਮੈਗਜ਼ੀਨ ਸੀਗਾ ਇਹ ਵੀ ਕਹਿ ਲਓ ਕਿ ਇੱਕ ਜੁਆਇੰਟ ਵੈਂਚਰ ਸੀਗਾ ਜੀ। ਤੁਸੀਂ ਇਹਦੇ ਤੇ ਵੀ ਵੇਖ ਲਓ ਕਿ ਲਿਖਿਆ ਹੋਵੇਗਾ ਕਿ ਅਜਮੇਰ ਸਿੱਧੂ ਵੀ ਇਹਦੇ ਨਾਲ ਐਸੋਸੀਏਟਡ ਸੀ ਤੇ ਹੋਰ ਸੱਜਣ ਵੀ ਇਹਦੇ ਨਾਲ ਐਸੋਸੀਏਟਡ ਸੀਗੇ। ਇਹ ਇੰਦਰਜੀਤ ਪੁਰੇਵਾਲ ਤੇ ਇਹ ਰਲ ਕੇ ਕੱਢਿਆ। ਇੱਕ ਤਰ੍ਹਾਂ ਨਾਲ ਨਾ ਇੱਕ ਵਾਰੀ ਕੰਪੀਟੀਸ਼ਨ ਚੱਲ ਪਿਆ ਸੀਗਾ ਜੀ, ਰਾਗ ਫਿਲਹਾਲ ਤੇ ਹੁਣ ਵਿੱਚ ਜੀ, ਕਿ ਜਿਹਨੂੰ ਕਹਿ ਸਕਦੇ ਹਾਂ ਕਿ ਮਿਆਰੀ ਡੀਲੈਕਸ ਐਡੀਸ਼ਨ, ਚੰਗਾ ਸਾਹਿਤ ਛਾਪਣਾ, ਅੱਛਾ ਇਹਨਾਂ ਨੇ ਰੋਲ ਪਲੇ ਕੀਤਾ। ਪਰ ਹਰ ਸਮੇਂ ਦੀ ਇੱਕ ਗੱਲ ਹੁੰਦੀ ਆ, ਜੋ ਕਿਸੇ ਵੇਲੇ ਕੰਪੀਟੀਸ਼ਨ ਫਿਲਹਾਲ ਰਾਗ ਤੇ ਹੁਣ ਵਿੱਚ ਸੀਗਾ, ਹੁਣ ਜਾਪ ਰਿਹਾ ਕਿ ਪ੍ਰੀ ਪੋਇਟਿਕ ਤੇ ਆਪਣਾ ਤਾਸਮਾਨ ਤੇ ਹੋਰ ਵੀ ਕੁਝ ਹੈਗੇ ਮੈਗਜ਼ੀਨ ਜਿਹੜੇ ਅੱਜ ਕੱਲ੍ਹ ਚੱਲਦੇ ਆ, ਉਹਨਾਂ ਦਰਮਿਆਨ ਇੱਕ ਹੈਲਦੀ ਕੰਪੀਟੀਸ਼ਨ ਵੀ ਚੱਲ ਰਿਹਾ। ਜੀ ਜੀ। ਜੇਕਰ ਆਪਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਹਾਣੀ ਬਾਰੇ, ਤਾਂ ਇਹ ਜਿਹੜਾ ਹੈਗਾ ਮੈਗਜ਼ੀਨ ਕਹਾਣੀ ਧਾਰਾ ਕਾਫੀ ਚਰਚਿਤ ਹੈ ਜੀ। ਇਹ ਕਦੋਂ ਸ਼ੁਰੂ ਹੋਇਆ ਜਾਂ ਇਹਦਾ ਕੌਣ ਹੈ ਸੰਪਾਦਕ? ਇਹਦਾ ਭਗਵੰਤ ਰਸੂਲਪੁਰੀ ਹੋਵੇਗਾ ਜੀ ਜੀ ਜੀ। ਜਲੰਧਰ ਤੋਂ ਨਿਕਲਦਾ ਹੈ। ਭਗਵੰਤ ਰਸੂਲਪੁਰੀ ਖੁਦ ਵੀ ਜਿਹਨੂੰ ਕਹਿ ਸਕਦੇ ਹਾਂ ਕਿ ਕਹਾਣੀਕਾਰ ਆ ਜੀ। ਅਸਲ ਦੇ ਵਿੱਚ ਇਹ ਕਿ ਜਿਹੜੇ ਇੱਕ ਵਿਧਾ 'ਤੇ ਕੇਂਦਰਿਤ ਹੁੰਦੇ ਆ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਬਾਅਦ 'ਚ ਕੇਂਦਰਿਤ ਨਹੀਂ ਰਹਿ ਸਕਦੇ, ਪਰ ਇਹ ਮੈਗਜ਼ੀਨ ਅੱਛਾ ਮੈਗਜ਼ੀਨ ਹੈਗਾ ਜੀ ਜੀ। ਆਪਾਂ ਪਹਿਲਾਂ ਗੱਲਬਾਤ ਕਰ ਰਹੇ ਸੀਗੇ ਜੀ ਸਮਕਾਲੀ ਸਾਹਿਤ ਬਾਰੇ। ਤੁਸੀਂ ਦੱਸਿਆ ਸੀ ਕਿ ਪੰਜਾਬੀ ਸਾਹਿਤ ਸਭਾ ਨੇ ਇਹ ਚਲਾਇਆ ਤੇ ਲੰਮੇ ਸਮੇਂ ਤੋਂ ਚੱਲਦਾ ਤੇ ਰੈਗੂਲਰ ਚੱਲ ਰਿਹਾ। ਇਹਦੇ ਬਾਰੇ ਦੱਸੋ, ਇਹਦੇ ਵਿੱਚ ਕੀ ਕੁਝ ਸ਼ਬਦ ਹੈ? ਵੇਖੋ ਗੱਲ ਇਹ ਹੈਗੀ ਆ ਕਿ ਜਿਹੜੇ ਮੈਗਜ਼ੀਨ ਆ ਨਾ, ਉਹਨਾਂ ਨੂੰ ਕੱਢਣ ਦੇ ਲਈ ਇੱਕ ਸਰਮਾਏ ਦੀ ਜ਼ਰੂਰਤ ਹੁੰਦੀ ਹੈ ਜੀ। ਤਾਂ ਇਹ ਪੰਜਾਬੀ ਸਾਹਿਤ ਸਭਾ ਦਿੱਲੀ ਦਾ ਮੈਗਜ਼ੀਨ, ਪਰ ਉਹ ਸਾਹਿਤ ਸਭਾ ਕੋਲ ਇੱਕ ਰੈਗੂਲਰ ਇਨਕਮ ਹੈਗੀ ਆ। ਇਸ ਮੈਗਜ਼ੀਨ ਦੇ ਸੰਪਾਦਕ ਵੱਖ-ਵੱਖ ਸਮੇਂ ਵੱਖ-ਵੱਖ ਬੰਦੇ ਰਹੇ। ਹੁਣ ਇਹ ਬਲਵੀਰ ਮਾਧੋਪੁਰੀ ਜੀ ਨੇ ਕੰਮ ਸੰਭਾਲਿਆ ਹੋਇਆ ਜੀ, ਜਿਹੜੇ ਕਹਿ ਲਓ ਕਿ ਇੱਕ ਤਰ੍ਹਾਂ ਦਾ ਭਾਪਾ ਪ੍ਰੀਤਮ ਸਿੰਘ ਹੋਰੀ ਜਿਹੜਾ ਨਵਯੁੱਗ ਪ੍ਰਕਾਸ਼ਨ ਵੱਲੋਂ ਜਿਹੜਾ ਆਰਸੀ ਮੈਗਜ਼ੀਨ ਛਾਪਦੇ ਸੀਗੇ, ਇਹ ਕਹਿ ਲਓ ਕਿ ਉਸੇ ਦੀ ਹੀ ਲਗੇਸੀ ਆ ਜਾਂ ਉਸੇ ਨੂੰ ਹੀ ਅੱਗੇ ਤੋਰਦੇ, ਕਿਉਂਕਿ ਇਹਦੇ ਵਿੱਚ ਭਾਪਾ ਪ੍ਰੀਤਮ ਸਿੰਘ ਦੀ ਬੇਟੀ ਰੇਨੂਕਾ ਸਿੰਘ ਦਾ ਵੀ ਕਾਫੀ ਦਖਲ ਆ ਜੀ। ਇਹ ਜਿਹੜਾ ਮੈਗਜ਼ੀਨ ਹੈਗਾ, ਇਹਦੇ ਵਿੱਚ 3-4 ਗੱਲਾਂ ਹੈ ਕਿ ਇੱਕ ਤਾਂ ਇਹ ਦਿੱਲੀ ਦੇ ਲੇਖਕ ਜ਼ਿਆਦਾ ਛਪਦੇ ਆ ਨਿਸ਼ਚੇ ਹੀ, ਕਿਉਂਕਿ ਇਹ ਦਿੱਲੀ ਦਾ ਮੈਗਜ਼ੀਨ। ਦੂਸਰਾ ਕਿ ਇਹਦੇ ਵਿੱਚ ਵਿਦੇਸ਼ੀ ਸਾਹਿਤ ਤੇ ਭਾਰਤੀ ਸਾਹਿਤ ਅਨੁਵਾਦਿਤ ਰੂਪ ਵਿੱਚ ਵੀ ਛਪਦਾ ਜੀ। ਤੀਸਰਾ ਇਹ ਕਿ ਇਹਨਾਂ ਦਾ ਜਿਹੜਾ ਮਿਆਰ ਆ, ਇਹ ਜਿਹਨੂੰ ਕਹਿੰਦੇ ਆ ਨਾ, ਮੈਗਜ਼ੀਨ ਨੂੰ ਮਸਾਲੇਦਾਰ ਬਣਾਉਣ ਲਈ ਟੋਟ ਕੇ ਨਹੀਂ ਛਾਪਦੇ, ਨਿੱਜੀ ਚੀਜ਼ਾਂ ਘੱਟ ਛਾਪਦੇ ਆ, ਜ਼ਿਆਦਾ ਜਿਹੜਾ ਉੱਤਮ ਸਾਹਿਤ ਆ ਜਿਹੜਾ ਉਹਦੇ 'ਤੇ ਧਿਆਨ ਜ਼ਿਆਦਾ ਕੇਂਦਰਿਤ ਆ ਜੀ ਜੀ ਜੀ। ਇੱਕ ਮੈਗਜ਼ੀਨ ਨਜ਼ਰ ਆ ਰਹੀ ਸਾਹਿਤਕ ਏਕਮ। ਮੈਂ ਇਸ ਗੱਲ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਕਰਦਾ ਕਿ ਜਿਹੜਾ ਸਾਹਿਤਕ ਏਕਮ ਆ, ਇਹਨੂੰ ਹਰਤਿੰਦਰ ਕੌਰ ਸੰਧੂ ਕੱਢਦੇ ਆ ਜੀ। ਔਰਤਾਂ ਜਿਹੜੀਆਂ ਸਾਡੇ ਕੋਲੇ ਸੰਪਾਦਕ ਬਹੁਤ ਘੱਟ ਨੇ
ਜੀ। ਅਮਰਤਾ ਪ੍ਰੀਤਮ ਤੋਂ ਬਾਅਦ ਮਾ ਕਿ ਪੂਨਮ ਸਮੀਤ ਪੂਨਮ ਪ੍ਰੀਤ ਲੜੀ ਨੂੰ ਕੱਢ ਰਹੀ ਹੈ, ਪਰ ਉਹ ਕਹਿ ਲਓ ਕਿ ਵੀ ਉਹਨਾਂ ਦੇ ਸਿਰ 'ਤੇ ਇੱਕ ਜ਼ਿੰਮੇਵਾਰੀ ਪੈ ਗਈ। ਉਹ ਉਹਨਾਂ ਦੇ ਜਦੋਂ ਪਤੀ ਦਾ ਕਤਲ ਕਰ ਦਿੱਤਾ ਗਿਆ ਜੀ, ਤਾਂ ਇਸ ਹਾਲਤ ਦੇ ਵਿੱਚ ਮੈਂ ਸਮਝਦਾ ਹੈਗਾ ਕਿ ਜਿਹੜਾ ਇਹ ਏਕਮ ਸਾਹਿਤਕ ਏਕਮ ਹੈ, ਇਸ ਪੱਖੋਂ ਬੜਾ ਮਹੱਤਵਪੂਰਨ ਹੈ। ਦੂਸਰਾ ਇਹ ਕਿ ਇਹ ਥੋੜ੍ਹਾ ਜਿਹਾ ਔਰਤ ਸਾਹਿਤ ਨੂੰ ਫਿਰ ਥਾਂ ਵੀ ਵਧੇਰੇ ਦਿੰਦਾ ਹੈ ਜੀ। ਦੂਜਾ ਇਹ ਕਿ ਇਹਦੇ ਵਿੱਚ ਕਵਿਤਾ ਵੀ ਛਪਦੀ ਹੈ, ਇਹਦੇ ਵਿੱਚ ਕਹਾਣੀਆਂ ਵੀ ਛਪਦੀਆਂ, ਇਹਦੇ ਵਿੱਚ ਸਾਹਿਤਕ ਦੀਆਂ ਦੂਜੀਆਂ ਵੰਨਗੀਆਂ ਵੀ ਛਪਦੀਆਂ ਹੈਗੀਆਂ। ਵੱਡੀ ਗੱਲ ਕਿਸੇ ਮੈਗਜ਼ੀਨ ਦੇ ਵਿੱਚ ਨਾ ਰੈਗੂਲਰਿਟੀ ਬਣਾਈ ਰੱਖਣੀ ਬੜੀ ਜ਼ਰੂਰੀ ਹੁੰਦੀ ਹੈ। ਰੈਗੂਲਰਿਟੀ ਨਹੀਂ ਬਣੀ ਰਹਿੰਦੀ, ਕੁਛ ਦੇਰ ਬਾਅਦ ਕੀ ਹੁੰਦਾ ਹੈ ਕਿ ਮੈਗਜ਼ੀਨ ਦਾ ਕੱਢਣ ਵਾਲੇ ਥੱਕ ਜਾਂਦੇ ਆ, ਪਰ ਇਹ ਰੈਗੂਲਰਿਟੀ ਬਣਾਈ ਹੋਈ ਹੈ, ਲੰਮਾ ਸਮੇਂ ਤੋਂ ਨਿਕਲ ਰਿਹਾ, ਲਗਾਤਾਰਤਾ ਦਾ ਆਪਣਾ ਮਹੱਤਵ ਹੁੰਦਾ, ਬਹੁਤ ਅੱਛਾ ਮੈਗਜ਼ੀਨ ਹੈ ਜੀ। ਸਰ, ਪੰਜਾਬ ਦੇ ਜਿਹੜੇ ਅਦਾਰੇ ਇਹਦੇ ਵਿੱਚੋਂ ਇੱਕ ਵੱਡਾ ਅਦਾਰਾ ਹੈ ਭਾਸ਼ਾ ਵਿਭਾਗ ਪੰਜਾਬ, ਤੇ ਕਾਫੀ ਚੰਗਾ ਕੰਮ ਮੁੱਢਲੇ ਤੌਰ 'ਤੇ ਭਾਸ਼ਾ ਵਿਭਾਗ ਪੰਜਾਬ ਨੇ ਕੀਤਾ, ਤੇ ਉਹਨਾਂ ਦਾ ਹੀ ਮੈਗਜ਼ੀਨ ਹੈ ਪੰਜਾਬੀ ਦੁਨੀਆ। ਸ਼ਾਇਦ ਕਾਫੀ ਲੰਮੇ ਸਮੇਂ ਤੋਂ ਇਹ ਚੱਲ ਰਿਹਾ। ਦੋ ਮੈਗਜ਼ੀਨ ਅਸਲ 'ਚ ਭਾਸ਼ਾ ਭਾਗ ਦੇ ਹੁੰਦੇ ਸੀਗੇ, ਇੱਕ ਜਨ ਸਾਹਿਤ ਤੇ ਇੱਕ ਪੰਜਾਬੀ ਦੁਨੀਆ। ਜਿਹੜਾ ਜਨ ਸਾਹਿਤ ਆ ਉਹ ਸਿਰਜਣਾਤਮਕ ਲੇਖਣ ਛਾਪਦਾ ਸੀਗਾ, ਤੇ ਜਿਹੜਾ ਪੰਜਾਬੀ ਦੁਨੀਆ ਉਹ ਛਾਪਦਾ ਸੀਗਾ ਕਹਿ ਲਓ ਕਿ ਖੋਜ ਜਾਂ ਆਲੋਚਨਾ ਜੀ। ਦੋਨੇ ਰਸਾਲੇ ਕਿਸੇ ਵੇਲੇ ਇਹਨਾਂ ਨੇ ਬਹੁਤ ਯਾਦਗਾਰੀ ਕੰਮ ਕੀਤਾ, ਪਰ ਹੁਣ ਜਿਵੇਂ ਸਰਕਾਰੀ ਅਦਾਰਿਆਂ ਦਾ ਹਾਲ ਆ, ਜਿਵੇਂ ਭਾਸ਼ਾ ਵਿਭਾਗ ਦਾ ਹਾਲ ਆ, ਜਿਵੇਂ ਫੰਡਾਂ ਦੀ ਘਾਟ ਆ, ਅੰਕ ਪਛੜ ਜਾਂਦੇ ਆ, ਅੰਕਾਂ ਦਾ ਜਿਹਨੂੰ ਕਹਿ ਸਕਦੇ ਹਾਂ ਕਿ ਪਹਿਲੇ ਦਰਜੇ ਦੇ ਜਿਹੜੇ ਲੇਖਕ ਨੇ ਉਹਨਾਂ ਤੱਕ ਪਹੁੰਚ ਨਹੀਂ ਹੁੰਦੀ ਗੀ ਜੀ। ਪਰ ਇਸ ਦੇ ਬਾਵਜੂਦ ਮੈਂ ਕਹਿੰਦਾ ਕਿ ਅਦਾਰਿਆਂ ਦੇ ਜਿਹੜੇ ਮੈਗਜ਼ੀਨ ਆ ਉਹ ਜਿਉਂਦੇ ਰਹਿਣੇ ਚਾਹੀਦੇ ਆ, ਉਹਨਾਂ ਨੂੰ ਆਪਣੇ ਮਿਆਰ ਵੱਲ, ਛਪਾਈ ਵੱਲ, ਕਿਉਂਕਿ ਲੰਮਾ ਸਮਾਂ ਕਈ ਸਮੱਸਿਆਵਾਂ ਵੀ ਰਹੀਆਂ ਕਿ ਜਿਹੜੀ ਛਪਾਈ ਆ ਉਹ ਪੁਰਾਣੇ ਢੰਗ ਦੀ ਪ੍ਰਿੰਟਿੰਗ ਹੁੰਦੀ ਸੀਗੀ, ਜਿਹਨੂੰ ਕਹਿੰਦੇ ਸਰਕਾਰੀ ਮਹਿਕਮਾ ਇਹਨੂੰ ਛਾਪਦਾ ਸੀ, ਸਰਕਾਰੀ ਪ੍ਰੈਸ 'ਚ ਛਪਦੀ ਸੀ, ਜਦੋਂ ਕਿ ਬਾਹਰ ਆ ਜਿਹੜੀਆਂ ਪ੍ਰਾਈਵੇਟ ਆ, ਜਿਹੜੀਆਂ ਆਫਸੈਟ ਪ੍ਰੈਸਸ ਜਾਂ ਕਹਿ ਲਓ ਕਿ ਨਵੀਆਂ ਐਡਵਾਂਸ ਪ੍ਰੈਸ ਆ ਗਈਆਂ ਸੀ, ਅਤੇ ਉਸ ਸਮੇਂ ਇਹਨੂੰ ਕੁਝ ਧੱਕਾ ਲੱਗਦਾ ਹੈ ਕਿ ਅਕਸਰ ਅਦਾਰਾ ਹੈ, ਜੇ ਸਰਕਾਰ ਧਿਆਨ ਦੇਵੇ ਤਾਂ ਫਿਰ ਇਹ ਪੈਰਾਂ ਸਿਰ ਹੋ ਸਕਦੇ ਨੇ ਮੈਗਜ਼ੀਨ। ਜੀ ਜੀ। ਇਸੇ ਤਰ੍ਹਾਂ ਹੀ ਸਰ, ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਗੋਸਟ ਹੈ, ਜੋ ਕਾਫੀ ਚੰਗਾ ਹੈ ਅਤੇ ਕਾਫੀ ਮਿਹਨਤ ਦੇ ਨਾਲ ਜਿਹੜਾ ਇਹ ਸਾਹਮਣੇ ਆਇਆ। ਦੇਖੋ, ਇਹ ਤਾਂ ਪੰਜਾਬੀ ਯੂਨੀਵਰਸਿਟੀ ਦੇ ਬਹੁਤ ਸਾਰੇ ਮੈਗਜ਼ੀਨ ਨੇ ਜਾਂ ਕਹਿ ਲਓ ਜਰਨਲ ਨੇ, ਖੋਜ ਪੱਤਰਕਾ, ਸੱਭਿਆਚਾਰਕ ਪੱਤਰਕਾ, ਨਾਨਕ ਪ੍ਰਕਾਸ਼ ਪੱਤਰਕਾ, ਵਿਗਿਆਨ ਦੇ ਨਕਸ਼, ਸਮਾਜਿਕ ਵਿਗਿਆਨ। ਪੰਜਾਬੀ ਵਿਭਾਗ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੰਜਾਬੀ ਵਿਭਾਗ ਆ, ਉਹਦਾ ਮੈਗਜ਼ੀਨ ਹੈ ਗੋਸ਼ਟ। ਆਪਣੇ ਆਪ ਦੇ ਵਿੱਚ ਖੋਜ ਮੈਗਜ਼ੀਨ ਆ, ਜਿੰਨੇ ਅੰਕ ਨਿਕਲੇ ਨੇ ਉਹਨਾਂ ਦੇ ਵਿੱਚ ਮਿਆਰਾਂ ਦਾ ਖਿਆਲ ਰੱਖਿਆ ਗਿਆ, ਕਿਉਂਕਿ ਇਹਦਾ ਇੱਕ ਸੰਪਾਦਕੀ ਮੰਡਲ ਹੈਗਾ, ਫਿਰ ਇਹ ਰਿਵਿਊ ਵੀ ਕਰਾਇਆ ਜਾਂਦਾ ਹੈਗਾ, ਤਾਂ ਨਿਸ਼ਚੈ ਹੀ ਇਹਦਾ ਇੱਕ ਆਪਣਾ ਰੋਲ ਇਹ ਆਲੋਚਨਾ ਤੇ ਖਾਸ ਕਰ ਖੋਜ ਦਾ ਮੈਗਜ਼ੀਨ ਹੈ। ਇਸੇ ਤਰ੍ਹਾਂ ਹੀ ਜੀ ਪਿਛਲੇ ਸਮੇਂ ਕਾਫੀ ਚਰਚਿਤ ਹੋਇਆ ਕਾਵਿ ਸ਼ਾਸਤਰ। ਇਹਦੇ ਲਈ ਮੇਰਾ ਸਵਾਲ ਇਹ ਹੈ ਕਿ ਕਾਵਿ ਸ਼ਾਸਤਰ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਖੇਤਰ ਹੈ, ਤੇ ਇਹ ਮੈਗਜ਼ੀਨ ਆਪਣੇ ਜਿਹੜਾ ਟਾਈਟਲ ਦੇ ਨਾਲ ਕਿਸ ਤਰ੍ਹਾਂ ਇਨਸਾਫ ਕਰਦਾ, ਤੇ ਇਹਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਖੋਜ ਦਾ ਮਿਆਰ ਉਹ ਰੱਖਿਆ ਜਾਂਦਾ ਹੈ? ਦੇਖੋ, ਬੁਨਿਆਦੀ ਤੌਰ 'ਤੇ ਨਾ ਜਿਹੜਾ ਕਾਵਿ ਸ਼ਾਸਤਰ ਸ਼ਬਦ ਆ ਉਹਨੂੰ ਪੰਜਾਬੀ ਦੇ ਵਿੱਚ ਕਈ ਵਾਰੀ ਕਨਫਿਊਜ਼ ਕਰ ਲਿਆ ਜਾਂਦਾ ਹੈ ਕਿ ਜਿਹੜਾ ਕਾਵਿ ਸ਼ਾਸਤਰ ਆ ਇਹਦਾ ਅਰਥ ਹੈਗਾ ਕਿ ਕਵਿਤਾ ਦਾ ਸ਼ਾਸਤਰ। ਅਸਲ ਦੇ ਵਿੱਚ ਤਾਂ ਇਹ ਇੱਕ ਸਾਹਿਤ ਸ਼ਾਸਤਰ ਹੈ। ਸਾਹਿਤ ਸ਼ਾਸਤਰ ਇਹ ਕਿ ਕਿਸੇ ਸਾਹਿਤਕ ਰਚਨਾਵਾਂ ਦੇ ਪਿੱਛੇ ਕਿਹੜੇ ਨਿਯਮ ਕੰਮ ਕਰਦੇ ਨੇ, ਉਹਨਾਂ ਨਿਯਮਾਂ ਨੂੰ ਉਜਾਗਰ ਕਰਨਾ, ਉਹਦੇ ਕੇਵਲ ਵਿਚਾਰਧਾਰਕ ਪੱਖ ਜਾਂ ਵਿਸ਼ੇ ਪੱਖ 'ਤੇ ਨਹੀਂ, ਉਹਦੀਆਂ ਕਲਾਤਮਕ ਜੁਗਤਾਂ ਦੀਆਂ ਬਰੀਕੀਆਂ ਨੂੰ ਪਕੜ ਕੇ ਉਹਨਾਂ ਦੇ ਨਿਯਮ ਕੱਢਣੇ। ਇਹ ਸ਼ੁਰੂ ਵੀ ਇਸ ਗੱਲ 'ਤੇ ਹੋਇਆ ਕਿ ਗੁਰਭਗਤ ਸਿੰਘ ਜੀ ਨੇ ਇੱਕ ਵਾਰੀ ਕਿਹਾ ਕਿਤੇ ਵੀ ਜਿਹੜੇ ਪੰਜਾਬੀ ਦਾ ਆਪਣਾ ਕਾਵਿ ਸ਼ਾਸਤਰ ਹੋਣਾ ਚਾਹੀਦਾ, ਸਾਨੂੰ ਭਾਰਤੀ ਕਾਵਿ ਸ਼ਾਸਤਰ, ਸੰਸਕ੍ਰਿਤ ਕਾਵਿ ਸ਼ਾਸਤਰ ਜਾਂ ਪੱਛਮੀ ਯੂਨਾਨੀ ਕਾਵਿ ਸ਼ਾਸਤਰ 'ਤੇ ਆਸ਼ਰਿਤ ਨਹੀਂ ਰਹਿਣਾ ਚਾਹੀਦਾ, ਪੰਜਾਬੀ ਦਾ ਕਾਵਿ ਸ਼ਾਸਤਰ ਬਣਾਉਣਾ ਚਾਹੀਦਾ। ਇਸ ਸੰਕਲਪ ਤੋਂ ਇਹ ਮੈਗਜ਼ੀਨ ਸ਼ੁਰੂ ਹੋਇਆ, ਅਤੇ ਮੈਂ ਇਹ ਗੱਲ ਕਹਿੰਦਾ ਕਿ ਕਈ ਵਿਅਕਤੀ ਆ ਜਿਹੜੇ ਉਹ ਕਿਸੇ ਚੀਜ਼ ਨੂੰ ਮਿਸ਼ਨ ਬਣਾ ਲੈਂਦੇ ਆ। ਇਹਦਾ ਸੰਪਾਦਕ ਅਮਰਜੀਤ ਹੈ, ਜਿਹੜਾ ਡਾਕਟਰ ਅਮਰਜੀਤ, ਉਹਨਾਂ ਨੇ ਨਾ ਇਹਨੂੰ ਮਿਸ਼ਨ ਬਣਾ ਲਿਆ, ਤਾਂ ਬਹੁਤ ਉਹਨਾਂ ਨੇ ਯਾਦਗਾਰੀ ਅੰਕ ਕੱਢੇ ਆ, ਵਿਸ਼ੇਸ਼ ਅੰਕ ਵੀ ਬਹੁਤ ਕੱਢੇ ਆ, ਅਤੇ ਲਗਾਤਾਰ ਮਿਹਨਤ ਕਰ ਰਿਹਾ। ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਇੱਕ ਮਿਆਰੀ ਖੋਜ ਮੈਗਜ਼ੀਨ ਹੈ। ਜੀ ਬਿਲਕੁਲ। ਤਾਂ ਇਸੇ ਤਰ੍ਹਾਂ ਸਰ ਇੱਕ ਮੈਗਜ਼ੀਨ ਜਿਹੜਾ ਅਬੋਹਰ ਤੋਂ ਛਪਦਾ ਹੈ, ਉਹਦਾ ਨਾਮ ਹੈਗਾ ਮੇਲਾ। ਇਹਦੇ ਬਾਰੇ ਦੱਸੋ ਜੀ,
ਇਹਦੇ 'ਚ ਕੀ ਛਪਦਾ ਹੈ ਤੇ ਇਹਨੂੰ ਕੌਣ ਛਾਪਦਾ ਹੈ? ਦੇਖੋ ਰਜਿੰਦਰ ਮਾਜ਼ੀ ਇਹਨੂੰ ਕੱਢਦਾ ਹੈਗਾ ਹਬੋਰ ਤੋਂ। ਮੈਂ ਇੱਕ ਇਹ ਵੀ ਸਮਝਦਾ ਹਾਂ ਕਿ ਕਈ ਵਾਰ ਨਾ ਸਾਡੇ ਕੋਈ ਸ਼ਹਿਰ ਆ ਜਿਹੜੇ ਉਹਨਾਂ 'ਚ ਬਹੁਤ ਮੈਗਜ਼ੀਨ ਵੱਡੇ ਸ਼ਹਿਰਾਂ 'ਚੋਂ ਨਿਕਲਦੇ, ਕਿ ਜਦੋਂ ਹੀ ਅਸੀਂ ਦਿੱਲੀ ਦੀ ਗੱਲ ਕਰਦੇ ਹਾਂ ਤਾਂ ਉੱਥੇ ਸਮਦਰਸ਼ੀ ਵੀ ਨਿਕਲਦਾ ਹੈਗਾ, ਉੱਥੋਂ ਜਿਹਨੂੰ ਕਹਿ ਸਕਦੇ ਹੈਗੇ ਆ ਕਿ ਸਮਕਾਲੀ ਸਾਹਿਤ ਵੀ ਨਿਕਲਦਾ। ਜਦੋਂ ਅਸੀਂ ਮੈਂ ਕਿ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਉੱਥੋਂ ਸਿਰਜਣਾ ਵੀ ਨਿਕਲਦਾ, ਜਦੋਂ ਅਸੀਂ ਲੁਧਿਆਣੇ ਦੀ ਗੱਲ ਕਰਦੇ ਹਾਂ ਉੱਥੋਂ ਆਲੋਚਨਾ ਵੀ ਨਿਕਲਦਾ, ਉੱਥੋਂ ਤਰਸ਼ੰਕੂ ਵੀ ਨਿਕਲਦਾ, ਜਦੋਂ ਜਲੰਧਰ ਦੀ ਗੱਲ ਕਰਦੇ ਹਾਂ ਕਿਉਂਕਿ ਪ੍ਰਿੰਟਿੰਗ ਦਾ ਘਰ ਆ ਬਹੁਤ ਸਾਰੇ ਨਿਕਲਦੇ ਉੱਥੋਂ ਰਸਾਲੇ। ਜੀ ਬਿਲਕੁਲ। ਜਦੋਂ ਅਸੀਂ ਗੱਲ ਕਰਦੇ ਹੈਗੇ ਆ ਅੰਮ੍ਰਿਤਸਰ ਦੀ ਤਾਂ ਉੱਥੇ ਵੀ ਬਹੁਤ ਸਾਰੇ ਮੈਗਜ਼ੀਨ ਨਿਕਲਦੇ ਆ, ਕਿਸੇ ਵੇਲੇ ਦੇ ਲੋ ਤੋਂ ਲੈ ਕੇ ਹੁਣ ਦੀ ਸਾਹਿਤਕ ਏਕਮ ਤੱਕ, ਚਾਹੇ ਅੱਖਰ ਲਾ ਲਓ, ਬੜੇ ਮੈਗਜ਼ੀਨ ਨਿਕਲਦੇ। ਜਿਹੜੇ ਛੋਟੇ ਸ਼ਹਿਰ ਨੇ ਜਾਂ ਛੋਟਾ ਵੱਡਾ ਸ਼ਹਿਰ ਜੇ ਨਾ ਕਹੀਏ, ਜਿਹੜੇ ਸ਼ਹਿਰ ਪ੍ਰਕਾਸ਼ਨ ਤੋਂ ਦੂਰ ਬੈਠੇ ਆ, ਉੱਥੋਂ ਯਾਨੀ ਮੈਗਜ਼ੀਨ ਕੱਢਣਾ ਬਹੁਤ ਔਖਾ ਹੁੰਦਾ। ਇਹ ਨਹੀਂ ਕਿ ਅੱਜ ਕੱਲ੍ਹ ਤਾਂ ਹੁਣ ਪ੍ਰਿੰਟਿੰਗ ਟੈਕਨੋਲੋਜੀ ਅਜਿਹੀ ਹੋਈ ਵੀ ਹੈ ਕਿ ਤੁਸੀਂ ਕੰਪਿਊਟਰ 'ਤੇ ਸਭ ਕੁਝ ਤਿਆਰ ਕਰਕੇ ਕਿਤੋਂ ਵੀ ਭੇਜ ਸਕਦੇ ਆ, ਪਰ ਉੱਥੇ ਇੱਕ ਕਲਚਰ ਨਹੀਂ ਬਣਦਾ। ਮੈਂ ਸਮਝਦਾ ਹਾਂ ਕਿ ਜਿਹੜਾ ਮਲੋਟ ਹਬੋਰ ਦਾ ਇਲਾਕਾ ਹੈਗਾ, ਗਿੱਦੜਬਾਹੇ ਦਾ ਇਲਾਕਾ, ਬਠਿੰਡੇ ਦਾ ਇਲਾਕਾ, ਬਠਿੰਡੇ ਤੋਂ ਪਾਰ ਦਾ ਇਲਾਕਾ, ਉਹਦੇ ਵਿੱਚ ਵੀ ਜਿਹੜੀਆਂ ਸਾਹਿਤਕ ਰਚਨਾਵਾਂ ਉਹਨਾਂ ਲਈ ਬੜਾ ਮਹੱਤਵਪੂਰਨ ਆ ਕਿ ਇਹ ਇੱਕ ਖਿੱਤੇ ਦੇ ਵਿੱਚੋਂ ਨਿਕਲਦਾ ਹੈ। ਮੈਨੂੰ ਲੱਗਿਆ ਕਿ ਬਹੁਤ ਕੁਝ ਇਹਦੇ ਛਪਦਾ, ਚੰਗਾ ਮੈਗਜ਼ੀਨ ਮਿਲਦਾ। ਜਿਸ ਤਰ੍ਹਾਂ ਆਪਾਂ ਅਬੋਹਰ ਦੀ ਗੱਲ ਕਰਦੇ ਹਾਂ ਤਾਂ ਇਸੇ ਤਰ੍ਹਾਂ ਸਰ ਮੇਰੇ ਸਾਹਮਣੇ ਹੈਗਾ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦਾ ਸ਼ਬਦ ਬੂੰਦ। ਅਤੇ ਜਦ ਆਪਾਂ ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਅਤੇ ਜਦੋਂ ਕਿਸੇ ਬਾਹਰਲੀ ਸਟੇਟ ਤੋਂ ਪੰਜਾਬੀ ਭਾਸ਼ਾ ਦੇ ਵਿੱਚ ਕੋਈ ਚੀਜ਼ ਛਪਦੀ ਹੈ ਤਾਂ ਵੈਸੇ ਆਪਣੇ ਆਪ ਦੇ ਵਿੱਚ ਹੀ ਖੁਸ਼ੀ ਦਿੰਦੀ ਹੈ। ਤਾਂ ਇਹ ਮੈਗਜ਼ੀਨ ਦਾ ਕੀ ਰੋਲ ਹੈ? ਪੰਜਾਬੀ ਜਿਹੜੇ ਹਰਿਆਣਵੀ ਪੰਜਾਬੀ ਹੈ ਜਾਂ ਉੱਥੇ ਜਿਹੜੇ ਲਿਖਣ ਵਾਲੇ ਬੰਦੇ? ਦੇਖੋ, ਇਹ ਜਿਹੜੀਆਂ ਅਕੈਡਮੀਆਂ ਬਣਾਈਆਂ, ਚਾਹੇ ਉਹ ਅਕੈਡਮੀ ਜੰਮੂ ਕਸ਼ਮੀਰ ਦੀ ਹੋਵੇ, ਚਾਹੇ ਉਹ ਦਿੱਲੀ ਦੀ ਹੋਵੇ, ਚਾਹੇ ਉਹ ਹਰਿਆਣੇ ਦੀ ਹੋਵੇ, ਜੀ ਪੰਜਾਬੀ ਅਕੈਡਮੀ ਹੈ। ਜਦੋਂ ਪੰਜਾਬੀ ਅਕੈਡਮੀ ਆ ਜਾਂਦੀ ਹੈ ਤਾਂ ਬੁਨਿਆਦੀ ਕੰਮ ਹੁੰਦਾ ਪੰਜਾਬੀ ਸਾਹਿਤ ਦਾ ਪ੍ਰਚਾਰ ਪ੍ਰਸਾਰ, ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਦਾ ਪ੍ਰਚਾਰ ਪ੍ਰਸਾਰ ਕਰਨਾ ਹੁੰਦਾ ਜੀ। ਉਸ ਖਿੱਤੇ ਦੇ ਲੇਖਕਾਂ ਨੂੰ ਵਧੇਰੇ ਛਾਪਣਾ ਉਹਨਾਂ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ। ਪਰ ਜੇ ਉਸ ਖਿੱਤੇ ਦੇ ਇਕੱਲੇ ਲੇਖਕਾਂ ਨੂੰ ਛਾਪਿਆ ਜਾਵੇ ਤਾਂ ਨਾ ਤਾਂ ਉਸ ਖਿੱਤੇ ਦੇ ਲੋਕਾਂ ਨੂੰ ਫਿਰ ਦੂਸਰੇ ਖਿੱਤੇ ਦੇ ਲੋਕ ਪੜ੍ਹਨਗੇ, ਅਤੇ ਨਾ ਹੀ ਉਸ ਵਿਸ਼ੇਸ਼ ਖਿੱਤੇ ਦੇ ਲੋਕ ਬਾਕੀ ਜਿਹੜਾ ਸਾਹਿਤ ਆ, ਮੁੱਖ ਧਾਰਾ ਨਹੀਂ ਆਪਾਂ ਸ਼ਬਦ ਵਰਤਦੇ, ਬਾਕੀ ਜਿਹੜਾ ਸਾਹਿਤ ਆ ਉਹਦੇ ਤੋਂ ਟੁੱਟ ਜਾਣਗੇ। ਇਸ ਕਰਕੇ ਇਹ ਇੱਕ ਤਵਾਜ਼ਨ ਜਿਹਾ ਬਣਾਉਣਾ ਪੈਂਦਾ ਹੈਗਾ ਕਿ ਉਸ ਸਥਾਨਕ ਇਲਾਕੇ ਦੇ ਲੋਕ ਵੀ ਛਪਣ, ਸਾਹਿਤਕਾਰ ਛਪਣ ਅਤੇ ਬਾਹਰ ਦੇ ਵੀ ਛਪਣ। ਪਰ ਇਸ ਦੇ ਬਾਵਜੂਦ ਮੈਂ ਸਮਝਦਾ ਹਾਂ ਕਿ ਜਿਹੜਾ ਸ਼ਬਦ ਬੂੰਦ ਆ ਉਹ ਕਿਉਂਕਿ ਅਕੈਡਮੀ ਦਾ ਮੈਗਜ਼ੀਨ ਆ, ਸਰਕਾਰੀ ਇਦਾਰੇ ਦਾ ਮੈਗਜ਼ੀਨ ਆ, ਨਿਰੰਤਰਤਾ ਉਹਦੇ 'ਚ ਬਣੀ ਹੋਈ ਹੈ। ਕੁਝ ਅੰਕ ਬਹੁਤ ਵਧੀਆ ਨਿਕਲੇ, ਪਰ ਉਹ ਜਿਹੜੇ ਵਧੀਆ ਅੰਕ ਨਿਕਲੇ ਉਹ ਇਸ ਆਧਾਰ 'ਤੇ ਨਿਕਲੇ ਕਿ ਕੁਦਰਤੀ ਉਹਨਾਂ ਦੇ ਉਸ ਸਮੇਂ ਸੰਪਾਦਕ ਆ ਜਿਹੜੇ ਉਹ ਸਾਹਿਤਕ ਰੁਚੀਆਂ ਦੇ ਸੀ ਜਾਂ ਵਧੀਆ ਸੰਪਾਦਕ ਸੀ। ਜੇ ਸੰਪਾਦਕ ਵਧੀਆ ਰੁਚੀਆਂ ਦੇ ਨਹੀਂ ਤਾਂ ਫਿਰ ਕਈ ਵਾਰ ਕੀ ਹੁੰਦਾ ਕਿ ਵੀ ਇੱਕ ਖਾਨਾ ਪੂਰਤੀ ਹੋ ਜਾਂਦੀ ਹੈ ਕਿ ਜੋ ਰਚਨਾਵਾਂ ਆਈਆਂ ਉਹ ਸਾਰੀਆਂ ਛਪ ਗਈਆਂ। ਮੈਂ ਉਹਨਾਂ ਚੰਗੇ ਅੰਕਾਂ ਨੂੰ ਯਾਦ ਕਰਨਾ ਚਾਹੁੰਦਾ, ਉਹਨਾਂ ਅੰਕਾਂ ਦੀ ਗੱਲ ਨਹੀਂ ਕਰਨੀ ਚਾਹੁੰਦਾ ਕਿ ਜਿਨ੍ਹਾਂ ਅੰਕਾਂ ਜਿਵੇਂ ਹੁਣ ਪਾਕਿਸਤਾਨੀ ਪੰਜਾਬੀ ਸਾਹਿਤ 'ਤੇ ਇੱਕ ਅੰਕ ਛਪਿਆ ਸੀ, ਬਹੁਤ ਵਧੀਆ ਅੰਕ ਸੀ ਜੀ, ਪਰ ਬਹੁਤ ਸਾਰੇ ਅਜਿਹੇ ਅੰਕ ਵੀ ਆ ਕਿ ਜਿਹੜੇ ਅੰਕਾਂ ਦੇ ਵਿੱਚ ਤੁਸੀਂ ਇਹ ਸਮਝਦੇ ਆ ਕਿ ਖਾਨਾ ਪੂਰਤੀ ਹੋਈ ਹੈ। ਜੀ ਜੀ, ਆਪਾਂ ਜ਼ਿਆਦਾਤਰ ਸਰ ਸਾਹਿਤਕ ਜਿਹੜੇ ਮੈਗਜ਼ੀਨ ਬਾਰੇ ਗੱਲ ਕੀਤੀ ਹੈ। ਨਹੀਂ, ਉਹ ਬਹੁਤ ਮੈਗਜ਼ੀਨ ਆ ਪੰਜਾਬੀ ਦੇ ਵਿੱਚ ਨਿਕਲਦੇ, ਹੁਣ ਤੁਸੀਂ ਦੇਖ ਹੀ ਲਓ ਕਿ ਵੀ ਆਪਣੇ ਕਹਿ ਲਓ ਕਿ ਮੰਜਾ ਭਰਿਆ ਪਿਆ, ਪਰ ਇਹ ਮੰਜੇ ਦੇ ਉੱਤੇ ਸਾਰੇ ਮੈਗਜ਼ੀਨ ਨਹੀਂ ਗੇ, ਬਹੁਤ ਮੈਗਜ਼ੀਨ ਇਹ ਤੋਂ ਬਾਹਰ ਰਹਿ ਗਏ। ਹਾਂ, ਸਾਹਿਤ ਤੋਂ ਇਲਾਵਾ ਗੱਲ ਕਰੀਏ ਤਾਂ ਸਰ ਇੱਕ ਮੈਗਜ਼ੀਨ ਮੇਰੇ ਸਾਹਮਣੇ ਹੈ ਲੋਕ ਬਾਣੀ, ਜਿਹੜਾ ਲੋਕ ਧਾਰਾ ਅਤੇ ਸੱਭਿਆਚਾਰ ਦੇ ਬਾਰੇ ਆ। ਦੇਖੋ, ਅੱਜ ਕੱਲ੍ਹ ਇਹ ਮੈਗਜ਼ੀਨ ਨਿਕਲਦਾ ਨਹੀਂ ਗਾ ਮੇਰਾ ਖਿਆਲ ਅਜੇ ਤੱਕ, ਪਰ ਇਹ ਕਿਸੇ ਵੇਲੇ ਜੰਮੂ ਤੋਂ ਨਿਕਲਿਆ ਸੀ। ਬੁਨਿਆਦੀ ਤੌਰ 'ਤੇ ਸੁਸ਼ੀਲ ਕੁਮਾਰ ਹੋਰੀ ਇਹਨਾਂ ਨੂੰ ਕੱਢਦੇ ਹੁੰਦੇ ਸੀਗੇ, ਉਹ ਖੁਦ ਲੋਕਧਾਰਾ ਦਾ ਬੰਦਾ ਸੀ ਅਤੇ ਲੋਕਧਾਰਾ 'ਤੇ ਕੇਂਦਰਿਤ ਸੀ। ਜੀ, ਤੁਹਾਨੂੰ ਨਹੀਂ ਲੱਗਦਾ ਕਿ ਇਸ ਕਿਸਮ ਦੇ ਮੈਗਜ਼ੀਨ ਦੀ ਜ਼ਰੂਰਤ? ਨਹੀਂ, ਆਏ ਤਾਂ ਕਿਸੇ ਵੇਲੇ ਵਣਜਾਰਾ ਬੇਦੀ ਨੇ ਪਰੰਪਰਾ ਮੈਗਜ਼ੀਨ ਕੱਢਿਆ ਸੀ ਜੀ, ਜਿਹੜਾ ਲੋਕਧਾਰਾ ਨੂੰ ਹੀ ਸਮਰਪਿਤ ਸੀਗਾ ਜੀ। ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਿਹੜਾ ਸੱਭਿਆਚਾਰਕ ਪੱਤਰਕਾ ਉਹ ਸੱਭਿਆਚਾਰ ਨੂੰ ਹੀ ਸਮਰਪਿਤ ਸੀਗਾ ਜੀ। ਮੈਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਨਾਵਲ ਆ ਨਾ ਉਹ ਨਹੀਂ ਛਪ ਸਕਦਾ ਗਾ। ਹਾਲਾਂਕਿ ਕਿਸੇ ਵੇਲੇ ਇੱਕ ਹੋਰ ਵੱਡੇ ਮੈਗਜ਼ੀਨ ਦਾ ਮੈਂ ਨਾਂ ਲੈਣਾ ਪਹਿਲਾਂ ਭੁੱਲ ਗਿਆ, ਜਦੋਂ ਪ੍ਰੀਤ ਲੜੀ ਆਰਸੀ ਦੀ ਗੱਲ ਕੀਤੀ, ਦ੍ਰਿਸ਼ਟੀ ਜੀ, ਬਰਜਿੰਦਰ ਸਿੰਘ ਹਮਦਰਦ ਜਿਹੜੇ ਹੁਣ ਅਜੀਤ ਦੇ ਸੰਪਾਦਕ ਆ, ਇਹ ਕਿਸੇ ਵੇਲੇ ਦ੍ਰਿਸ਼ਟੀ ਸੰਪਾਦਿਤ ਕਰਦੇ ਅਤੇ ਦ੍ਰਿਸ਼ਟੀ ਦੇ ਵਿੱਚ ਇਹਨਾਂ ਨੇ ਨਾਵਲਟ ਛਾਪੇ, ਨਾਵਲ ਨਹੀਂ ਨਾਵਲਟ ਛਾਪੇ। ਤਾਂ ਨਾਵਲਟ ਪੰਜਾਬੀ ਦੇ ਵਿੱਚ ਇੱਕ ਵਿਧਾ ਬਣ ਗਈ ਕਿ ਵੀ ਬੜੀ ਅੱਛੀ ਵਿਧਾ ਹੈ ਇਹਦੇ ਵਿੱਚ। ਤਾਂ ਐਂ ਤਾਂ ਹੁੰਦਾ ਕਿ ਮੈਗਜ਼ੀਨ ਦਾ ਰੋਲ ਆ, ਪਰ ਮੈਗਜ਼ੀਨ ਵੱਡੇ ਨਾਟਕ ਜੀ ਅਤੇ ਨਾਵਲ ਜੀ ਦੋਵੇਂ ਨਹੀਂ ਛਾਪ ਸਕਦੇ। ਤਾਂ ਫਿਰ ਉਹਨਾਂ ਕੋਲ ਬਚਦਾ ਕੀ ਆ? ਕਵਿਤਾ। ਹਾਂਜੀ,
ਕਹਾਣੀ ਤੇ ਵਾਰਤਕ ਦੇ ਬਹੁਤ ਰੂਪ ਨੇ ਕਿ ਜੀਵਨੀ ਦਾ ਕੋਈ ਟੋਟਾ ਛਾਪਤਾ, ਸਵੈ ਜੀਵਨੀ ਦਾ ਕੋਈ ਟੋਟਾ ਛਾਪਤਾ, ਰੇਖਾ ਚਿੱਤਰ ਛਾਪਤੇ, ਯਾਦਾਂ ਛਾਪਤੀਆਂ। ਹਾਲਾਂਕਿ ਜਦੋਂ ਬੰਦੇ ਨੇ ਸਾਹਿਤ ਪੜ੍ਹਨਾ ਹੈ ਤਾਂ ਉਹ ਮੂਲ ਕਿਤਾਬਾਂ ਪੜ੍ਹਨੀਆਂ ਚਾਹੁੰਦਾ ਹੈ, ਪਰ ਸਾਹਿਤਕਾਰਾਂ ਬਾਰੇ ਜ਼ਰੂਰ ਜਾਣਨਾ ਚਾਹੁੰਦਾ ਹੈ। ਤੇ ਜਦੋਂ ਸਾਹਿਤਕਾਰਾਂ ਬਾਰੇ ਜਾਣਨਾ ਚਾਹੁੰਦਾ ਉਹਦੇ ਲਈ ਇਹੋ ਜਿਹਾ ਮਟੀਰੀਅਲ, ਇਹੋ ਜਿਹੀ ਸਮੱਗਰੀ ਬੜੀ ਚੰਗੀ ਲੱਗਦੀ ਉਹਨੂੰ। ਜੀ ਜਦ ਆਪਾਂ ਗੱਲ ਕਰੀਏ ਕਿ ਲੋਕ ਚੇਤਨਾ ਨੂੰ ਜਿਹੜਾ ਉਭਾਰਨ ਵਾਲੇ ਕੁਝ ਮੈਗਜ਼ੀਨ ਹੈ ਜਿਨ੍ਹਾਂ ਦੇ ਵਿੱਚ ਇੱਕ ਨਾਮ ਸਾਹਮਣੇ ਆ ਰਿਹਾ ਜਾਗੋ ਇੰਟਰਨੈਸ਼ਨਲ, ਇਹਨੂੰ ਮਾਲਵਾ ਰਿਸਰਚ ਸੈਂਟਰ ਪਟਿਆਲਾ ਛਾਪਦਾ ਜੀ, ਤੇ ਇਹਦਾ ਕੀ ਰੋਲ ਆ ਸਰ? ਦੇਖੋ, ਜਿਹੜਾ ਜਾਗੋ ਮੈਗਜ਼ੀਨ ਹੈਗਾ ਭਗਵੰਤ ਸਿੰਘ ਹੋਰੀ ਕੱਢਦੇ ਰਹੇ ਆ, ਉਹ ਆਪਣੇ ਭਾਸ਼ਾ ਭਾਗ ਦੇ ਵਿੱਚ ਖੋਜ ਅਫਸਰ ਸੀਗੇ ਜੀ, ਤੇ ਉਹ ਲਗਾਤਾਰ ਉਹ ਇਹਨੂੰ ਮੈਗਜ਼ੀਨ ਨੂੰ ਕੱਢ ਰਹੇ ਆ। ਤਾਂ ਵਿੱਚ ਕਵਿਤਾਵਾਂ ਵੀ ਛਾਪਦੇ ਆ, ਅਨੁਵਾਦਿਤ ਕਵਿਤਾਵਾਂ ਵੀ ਛਾਪਦੇ ਆ, ਫਿਰ ਇਹ ਕਹਿ ਲਓ ਕਿ ਉਹ ਆਲੋਚਨਾ ਵੀ ਇਹ ਛਾਪਦੇ ਹੈਗੇ। ਇੱਕ ਅੰਕ ਕਿਸਾਨੀ ਅੰਦੋਲਨ ਨਾਲ, ਇਹ ਹੈ ਕਿ ਵੀ ਬਹੁਤ ਸਾਰੇ ਜਿਹੜੇ ਮੈਗਜ਼ੀਨ ਉਹਨਾਂ ਨੇ ਕਿਸਾਨੀ ਅੰਦੋਲਨ ਬਾਰੇ ਅੰਕ ਕੱਢੇ, ਪਰ ਜਿਹੜਾ ਜਾਗੋ ਦਾ ਅੰਕ ਆ ਉਹ ਆਕਾਰ ਵਿੱਚ ਕਾਫੀ ਵੱਡਾ ਹੈਗਾ। ਹਾਲਾਂਕਿ ਥੋੜ੍ਹਾ ਬਹੁਤਾ ਤਾਂ ਹਰੇਕ ਮੈਗਜ਼ੀਨ ਨੇ ਛਾਪਿਆ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ। ਜੀ ਸਰ, ਇੱਕ ਕਾਫੀ ਜਿਹੜਾ ਚਰਚਿਤ ਹੈ ਤੇ ਆਮ ਘਰਾਂ ਦੇ ਵਿੱਚ ਜਿਹੜਾ ਉਹ ਮਿਲ ਜਾਂਦਾ ਹੈ ਮੈਗਜ਼ੀਨ, ਉਹਦਾ ਨਾਂ ਹੈ ਚੜ੍ਹਦੀ ਕਲਾ, ਮਾਸਿਕ ਚੜ੍ਹਦੀ ਕਲਾ। ਦੇਖੋ, ਇਹ ਜਿੰਨਾ ਆਪਾਂ ਮੈਗਜ਼ੀਨਾਂ ਬਾਰੇ ਜਿਨ੍ਹਾਂ ਬਾਰੇ ਹੁਣ ਗੱਲ ਕਰ ਰਹੇ ਸੀ ਨਾ, ਇਹ ਉਹਨਾਂ ਮੈਗਜ਼ੀਨਾਂ ਬਾਰੇ ਗੱਲ ਕਰ ਰਹੇ ਸੀ ਜਿਹੜੇ ਖੋਜ ਨਾਲ ਸੰਬੰਧਿਤ ਆ ਜਾਂ ਸਾਹਿਤ ਨਾਲ ਸੰਬੰਧਿਤ। ਜੀ ਜੀ ਜੀ। ਪਰ ਮੈਗਜ਼ੀਨ ਹੋਰ ਵੀ ਬਹੁਤ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਡਰਾਇੰਗ ਰੂਮ ਮੈਗਜ਼ੀਨ। ਜਿਹੜੇ ਡਰਾਇੰਗ ਰੂਮ ਮੈਗਜ਼ੀਨ ਦਾ ਕੰਸੈਪਟ ਜਿਹੜਾ ਇੰਗਲਿਸ਼ ਦੇ ਵਿੱਚ ਹੁੰਦਾ ਕਿ ਵੀ ਉਹਦੇ ਵਿੱਚ ਥੋੜ੍ਹੀ ਜਿਹੀ ਪੋਲੀਟਿਕਸ ਵੀ ਹੁੰਦੀ ਹੈ, ਸਿਆਸਤ ਵੀ ਹੁੰਦੀ ਹੈ, ਥੋੜ੍ਹਾ ਜਿਹਾ ਖੇਡਾਂ ਬਾਰੇ ਵੀ ਜਾਣਕਾਰੀ ਹੁੰਦੀ ਹੈ, ਥੋੜ੍ਹੀ ਜਿਹੀ ਫੈਸ਼ਨ ਬਾਰੇ ਵੀ ਜਾਣਕਾਰੀ ਹੁੰਦੀ ਹੈ, ਥੋੜ੍ਹਾ ਜਿਹਾ ਉਹਦੇ ਵਿੱਚ ਜੀਵਨ ਜਾਚ ਬਾਰੇ ਵੀ ਜਾਣਕਾਰੀ ਹੁੰਦੀ ਹੈ, ਉਹਦੇ ਵਿੱਚ ਥੋੜ੍ਹਾ ਜਿਹਾ ਪੋਰਸ਼ਨ ਸਾਹਿਤ ਬਾਰੇ ਵੀ ਹੁੰਦਾ ਕਿ ਕੋਈ ਕਹਾਣੀ, ਕੋਈ ਨਾ ਆਪਣਾ ਰਿਵਿਊ ਛਪ ਗਿਆ, ਇਸ ਕਿਸਮ ਦਾ ਵੀ ਉਹਦੇ 'ਚ ਮਸਾਲਾ ਹੁੰਦਾ। ਚੜ੍ਹਦੀ ਕਲਾ ਮੈਗਜ਼ੀਨ ਆ ਜਿਹੜਾ, ਇਹ ਉਸ ਕਿਸਮ ਦਾ ਮੈਗਜ਼ੀਨ ਹੈ। ਕਿਸੇ ਸਮੇਂ ਪੰਜਾਬੀ ਡਾਈਜੈਸਟ ਮੈਗਜ਼ੀਨ ਹੁੰਦਾ ਸੀਗਾ, ਪੰਜਾਬੀ ਡਾਈਜੈਸਟ। ਇਸੇ ਤਰ੍ਹਾਂ ਹੀ ਜਿਹੜੇ ਇੱਕ ਮਹਿਰਮ ਨਾਭੇ ਤੋਂ ਨਿਕਲਦਾ ਸੀਗਾ, ਵੀਰ ਹੋਰੀ ਕੱਢਦੇ ਸੀ ਜੀ, ਉਹ ਜਿਹੜੇ ਮੈਗਜ਼ੀਨ ਨੇ ਮਹਿਰਮ ਆ ਜਿਵੇਂ ਚੜ੍ਹਦੀ ਕਲਾ, ਇਹ ਮੈਗਜ਼ੀਨ ਵਿੱਚ ਥੋੜ੍ਹਾ ਜਿਹਾ ਸਿਆਸਤ ਬਾਰੇ ਲੇਖ, ਥੋੜ੍ਹਾ ਜਿਹਾ ਆਮ ਦਿਲਚਸਪੀ ਦੇ ਲੇਖ, ਕੋਈ ਇੱਕ ਅੱਧੀ ਕਹਾਣੀ, ਕੁਝ ਕਵਿਤਾ ਬਾਰੇ ਗੱਲ, ਕੁਝ ਗਜ਼ਲਾਂ, ਕੁਝ ਮਿੰਨੀ ਕਹਾਣੀਆਂ, ਕੁਝ ਸਿਨੇਮੇ ਬਾਰੇ ਗੱਲ, ਕੁਝ ਪਾਕ ਕਲਾ ਬਾਰੇ ਗੱਲ। ਇਸ ਕਿਸਮ ਦੇ ਮੈਗਜ਼ੀਨ ਆ ਜਿਹੜੇ। ਚੜ੍ਹਦੀ ਕਲਾ ਵੀ ਉਸ ਕਿਸਮ ਦਾ ਮੈਗਜ਼ੀਨ ਹੈ ਜੀ। ਸਰ, ਜੇ ਆਪਾਂ ਸਮੁੱਚੇ ਤੌਰ 'ਤੇ ਗੱਲ ਕਰੀਏ ਤਾਂ ਕਿਸੇ ਭਾਸ਼ਾ ਦੇ ਸਾਹਿਤ ਦੇ ਵਿੱਚ ਇਹਨਾਂ ਮੈਗਜ਼ੀਨਾਂ ਦਾ ਕੀ ਰੋਲ ਹੈ, ਖਾਸ ਕਰ ਜੇ ਆਪਾਂ ਪਾਠਕਾਂ ਨੂੰ ਲੈ ਕੇ ਗੱਲ ਕਰੀਏ ਤੇ ਨਵੇਂ ਲੇਖਕਾਂ ਨੂੰ ਲੈ ਕੇ ਗੱਲ ਕਰੀਏ ਤਾਂ ਕੀ ਰੋਲ ਨਿਭਾਉਂਦੇ ਆ ਜਦੋਂ ਲਗਾਤਾਰ ਇਹ ਮੈਗਜ਼ੀਨ ਛਪਦੇ ਆ ਤੇ ਉਹਨਾਂ 'ਚ ਰਚਨਾਵਾਂ ਜਿਹੜੀਆਂ ਪਾਠਕਾਂ ਤੱਕ ਪਹੁੰਚਦੀਆਂ ਨੇ, ਨਵੇਂ ਲੇਖਕਾਂ ਨੂੰ ਜਗ੍ਹਾ ਮਿਲਦੀ ਹੈ? ਦੇਖੋ, ਜਿਹੜਾ ਸਾਹਿਤ ਦੀ ਚੇਟਕ ਲਾਉਣ ਵਿੱਚ ਮੈਗਜ਼ੀਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਜੀ, ਕਿਉਂਕਿ ਜਦੋਂ ਤੁਸੀਂ ਕਿਸੇ ਮੂਹਰੇ ਕਿਤਾਬ ਦਿੰਦੇ ਆ ਪੜ੍ਹਨ ਨੂੰ, ਪਹਿਲਾਂ ਕਿਤਾਬ ਖਰੀਦਣੀ ਮੁਸ਼ਕਲ ਆ, ਫਿਰ ਉਹ ਕਿਤਾਬ ਪੜ੍ਹਦਾ ਜਾਂ ਨਹੀਂ ਪੜ੍ਹਦਾ ਬਾਅਦ ਦੀ ਗੱਲ ਆ। ਪਰ ਮੈਗਜ਼ੀਨ ਦੇ ਵਿੱਚ ਤੁਹਾਨੂੰ ਵੰਨ ਸਵੰਨੀ ਸਮੱਗਰੀ ਮਿਲ ਜਾਂਦੀ ਹੈ ਕਿ ਮੰਨ ਲਓ ਕਹਾਣੀ ਆ, ਹੁਣ ਮੈਂ ਕਿ ਇੱਕ ਤਾਂ ਇਹ ਹੈ ਕਿ ਵੀ ਬੰਦਾ ਕਿਸੇ ਜਿਹੜਾ ਮਨਪਸੰਦ ਕਹਾਣੀਕਾਰ ਉਹ ਲੱਭੇ ਕਿਵੇਂ, ਉਹਦੀ ਕਿਤਾਬ ਲਿਆਵੇ, ਮੰਨ ਲਓ ਉਹਨੂੰ ਪਸੰਦ ਨਾ ਆਈ। ਮੈਗਜ਼ੀਨ ਦੇ ਵਿੱਚ ਕੀ ਹੈ ਕਿ ਤੁਸੀਂ 3 ਕਹਾਣੀਆਂ ਪੜ੍ਹ ਲਈਆਂ, ਜਿਹੜੀ ਕਹਾਣੀ ਤੁਹਾਨੂੰ ਚੰਗੀ ਲੱਗੀ, ਜਿਸ ਲੇਖਕ ਦੀ ਕਹਾਣੀ ਚੰਗੀ ਲੱਗੀ, ਉਹਦੀ ਬਾਅਦ 'ਚ ਕਿਤਾਬ ਵੀ ਪੜ੍ਹੋਗੇ। ਇੱਕ ਤਾਂ ਇਹ ਆਦਤ ਪਾਉਂਦੇ ਆ ਜੀ। ਦੂਸਰਾ ਇਹ ਕਿ ਸਾਰੀਆਂ ਸਾਹਿਤਕ ਵੰਨਗੀਆਂ ਨਾਲ ਤੁਹਾਨੂੰ ਇੱਕ ਤਰ੍ਹਾਂ ਦੀ ਇਹ ਤੁਹਾਡੀ ਜਾਣ ਪਛਾਣ ਕਰਾਉਂਦੇ ਆ। ਇੱਕ ਇਹ ਵੀ ਹੈ ਕਿ ਜਿਹੜੇ ਨਵੇਂ ਲੇਖਕ ਨੇ, ਕਿਤਾਬ ਛਪਾਉਣ ਤੋਂ ਪਹਿਲਾਂ ਜਦੋਂ ਮੈਗਜ਼ੀਨ ਦੇ ਵਿੱਚ ਉਹ ਆਪਣੀ ਰਚਨਾ ਛਪਵਾ ਲੈਂਦੇ ਆ ਤਾਂ ਉਹਦੇ ਨਾਲ ਉਹਨਾਂ ਨੂੰ ਫੀਡਬੈਕ ਮਿਲ ਜਾਂਦੀ ਆ, ਪਾਠਕਾਂ ਦਾ ਪ੍ਰਤੀਕਰਮ ਮਿਲ ਜਾਂਦਾ ਹੈ। ਇਸ ਪੱਖੋਂ ਵੀ ਇਹ ਮੈਗਜ਼ੀਨ ਬੜੇ ਮਹੱਤਵਪੂਰਨ ਹੁੰਦੇ ਆ ਜੀ। ਸਰ, ਆਖਰ ਦੇ ਵਿੱਚ ਇੱਕ ਸਵਾਲ ਇਹ ਹੈਗਾ ਕਿ ਪਾਠਕਾਂ ਦੇ ਜਾਂ ਸਾਹਿਤਕ ਜਿਹੜੇ ਖੋਜੀ ਨੇ, ਉਹਨਾਂ ਦੇ ਮਨ 'ਚ ਇੱਕ ਸ਼ੰਕਾ ਇਹ ਬਣਿਆ ਰਹਿੰਦਾ ਹੈ ਕਿ ਥੋੜ੍ਹਾ ਕਮਰਸ਼ੀਅਲ ਪੱਖ ਕਈ ਵਾਰੀ ਭਾਰੂ ਹੋ ਜਾਂਦਾ ਹੈ ਜਦ ਮੈਗਜ਼ੀਨ ਦੀ ਗੱਲ ਚੱਲਦੇ ਵੀ ਉਹਨਾਂ ਦੀ ਰੁਚੀਆਂ ਜਿਹੜੀਆਂ ਵਪਾਰਕ ਜਦ ਭਾਰੂ ਹੋ ਜਾਂਦੀਆਂ ਕਿ ਉਹ ਮਿਆਰ ਨੂੰ ਕਿਵੇਂ ਇਫੈਕਟ ਕਰਦੀਆਂ, ਜਾਂ ਉਹ ਪੂਰੀ ਜਿਹੜਾ ਇਹ ਮੈਗਜ਼ੀਨ ਸੰਸਾਰ ਆ ਉਹ 'ਤੇ ਕੀ ਅਸਰ ਪਾਉਂਦਾ? ਨਹੀਂ, ਅਸਲ ਦੇ ਵਿੱਚ ਇਹ ਗੱਲ ਜਿਹੜੇ ਬੰਦੇ ਵਪਾਰਕ ਤੌਰ 'ਤੇ ਚਲਾਉਂਦੇ ਆ ਮੈਗਜ਼ੀਨ ਜੀ, ਉਹਨਾਂ 'ਤੇ ਤਾਂ ਇਸ ਗੱਲ ਦਾ ਨਾਂ ਦੋਸ਼ ਲਾਉਣਾ ਚਾਹੀਦਾ, ਉਹ ਤਾਂ ਵਪਾਰ ਲਈ ਹੀ ਇਹ ਚੀਜ਼ ਨੂੰ ਪੇਸ਼ ਕਰ ਰਹੇ ਜੀ। ਪਰ ਮੈਂ ਸਮਝਦਾ ਕਿ ਪੰਜਾਬੀ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਇਸ ਨੂੰ ਮਿਸ਼ਨ ਵਜੋਂ ਵੀ ਲੈਂਦੇ ਆ। ਉਹ ਮਿਸ਼ਨ ਵਜੋਂ ਜਿਵੇਂ ਲੈਂਦੇ ਕਿ ਜਿਵੇਂ ਤਰਕਸ਼ੀਲ ਮੈਗਜ਼ੀਨ ਆ,
ਉਹ ਤਾਂ ਇੱਕ ਮਿਸ਼ਨ ਆ ਉਹਨਾਂ ਸਾਹਮਣੇ ਕਿ ਅਸੀਂ ਲੋਕਾਂ ਦੇ ਵਿੱਚ ਵਹਿਮਾਂ ਭਰਮਾਂ ਨੂੰ ਦੂਰ ਕਰਕੇ ਤਰਕਸ਼ੀਲ ਵਿਗਿਆਨਕ ਸੋਚ ਦਾ ਪ੍ਰਚਾਰ ਕਰਨਾ। ਤਾਂ ਤਰਕਸ਼ੀਲ ਮੈਗਜ਼ੀਨ ਹੈ ਜਿਹੜਾ ਵੱਡੀ ਗਿਣਤੀ ਦੇ ਵਿੱਚ ਨਿਕਲਦਾ ਜੀ। 10,000 ਤੋਂ ਉੱਪਰ ਤਾਂ ਬਹੁਤ ਪੰਜਾਬੀ 'ਚ ਘੱਟ ਮੈਗਜ਼ੀਨ ਨਿਕਲਦੇ, ਘੱਟ ਕੀ ਨਿਕਲਦੇ ਹੀ ਨਹੀਂਗੇ, ਅਤੇ ਉਹ 10,000 ਤੋਂ ਵੱਧ ਨਿਕਲਦਾ ਲੋਕਾਂ ਤੱਕ ਜਾਂਦਾ। ਇਵੇਂ ਕੁਝ ਬੰਦਿਆਂ ਨੂੰ ਹੁੰਦਾ ਕਿ ਅਸੀਂ ਇੱਕ ਵਿਸ਼ੇਸ਼ ਸਾਹਿਤਕ ਵਿਧਾ ਨੂੰ ਅੱਗੇ ਲੈ ਕੇ ਜਾਣਾ। ਉਹ ਤੁਸੀਂ ਗੱਲ ਨਹੀਂ ਕੀਤੀ ਕਿ ਆ ਇੱਕ ਮੈਗਜ਼ੀਨ ਹੋਰ ਪਿਆ ਹੈਗਾ ਇੱਥੇ ਮਿੰਨੀ ਜੀ, ਇਹ ਡਾਕਟਰ ਸ਼ਾਮ ਸੁੰਦਰ ਦੀਪਤੀ ਹੋਰੀ, ਜਗਦੀਸ਼ ਰਾਏ ਕੁਲਰੀਆ ਹੋਰੀ ਜੀ, ਇਹ ਕੁਛ ਬੰਦੇ ਆ ਜਿਹੜੇ ਉਹਨਾਂ ਦਾ ਜ਼ੋਰ ਹੀ ਇਸ ਗੱਲ 'ਤੇ ਆ, ਬਿਕਰਮ ਸਿੰਘ ਨੂਰ ਹੋਰੀ, ਕਿ ਵੀ ਜਿਹੜੀ ਮਿੰਨੀ ਵਿਧਾ ਹੈ ਸਾਹਿਤ ਦੀਆਂ, ਚਾਹੇ ਮਿੰਨੀ ਕਹਾਣੀ ਹੋਵੇ ਚਾਹੇ ਉਹ ਮਿੰਨੀ ਕਵਿਤਾ ਹੋਵੇ, ਉਹਨੂੰ ਵੀ ਕਿਤੇ ਥਾਂ ਮਿਲਣੀ ਚਾਹੀਦੀ। ਤਾਂ ਮੈਗਜ਼ੀਨ ਕੱਢਦੇ ਆ ਉਹ ਇਸੇ ਤਰ੍ਹਾਂ ਹੀ ਛੇਣਾ ਮੈਗਜ਼ੀਨ, ਇਹ ਮੈਗਜ਼ੀਨ ਇਸੇ ਨਾਲ ਸੰਬੰਧਿਤ ਹੈ। ਤਾਂ ਸੋ ਮੈਂ ਸਮਝਦਾ ਕਿ ਬਹੁਤ ਸਾਰੇ ਇਹੋ ਜਿਹੇ ਮੈਗਜ਼ੀਨ ਵੀ ਆ, ਜਿਵੇਂ ਹੁਣ ਇੱਕ ਸਹੀ ਬੁਨਿਆਦ ਮੈਗਜ਼ੀਨ ਨਿਕਲਦਾ, ਬਠਿੰਡੇ ਇੱਕ ਟੀਚਰ ਹੋਮ ਆ, ਉਹ ਸਿੱਖਿਆ ਨੂੰ ਹੀ ਸਮਰਪਿਤ ਆ। ਭਾਵਾਂ ਵਿੱਚ ਥੋੜ੍ਹੀਆਂ ਬਹੁਤੀਆਂ ਕਦੇ ਕਹਾਣੀ ਕਵਿਤਾ ਵੀ ਛਪ ਜਾਂਦੀ ਹੈ, ਪਰ ਬੁਨਿਆਦੀ ਤੌਰ 'ਤੇ ਉਹ ਕਹਿੰਦੇ ਆ ਕਿ ਸਿੱਖਿਆ ਦੇ ਬਾਰੇ ਲੋਕਾਂ ਨੂੰ ਚੇਤਨ ਕਰਨਾ, ਨਵੀਆਂ ਨੀਤੀਆਂ ਬਾਰੇ ਜਾਣਕਾਰੀ ਦੇਣੀ, ਗਲਤ ਨੀਤੀਆਂ ਦਾ ਵਿਰੋਧ ਕਰਨਾ। ਤਾਂ ਮੈਂ ਸਮਝਦਾ ਕਿ ਪੰਜਾਬੀ ਚੇਤਨਾ ਨੂੰ ਉੱਪਰ ਚੁੱਕਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਰਸਾਲਿਆਂ ਦਾ। ਅਤੇ ਬਹੁਤ ਸਾਰੇ ਜਿਹੜੇ ਰਸਾਲੇ ਆ ਉਹ ਇਹ ਕਿਸੇ ਸਮੇਂ ਕਮਿਊਨਿਸਟ ਲਹਿਰ ਨਾਲ ਵੀ ਅੱਗੇ ਹੋਏ ਸੀ। ਉਹ ਚਾਹੇ ਕਿਸੇ ਸਮੇਂ ਜਕਾਰਾ ਹੋਵੇ, ਰੋਲੇ ਬਾਣ ਹੋਵੇ, ਪੈਗਾਮ ਹੋਵੇ, ਸੁਰਖ ਲੀ ਹੋਵੇ, ਸੁਰਖ ਰੇਖਾ ਹੋਵੇ, ਉਹਨਾਂ ਨੇ ਇੱਕ ਤਰੀਕਾ ਕਾਰ ਕਰਦਾ। ਅਤੇ ਹੁਣ ਵੀ ਬਹੁਤ ਸਾਰੇ ਮੈਗਜ਼ੀਨ ਆ ਜਿਹੜੇ ਉਹ ਨਿਕਲਦੇ ਆ, ਤਾਂ ਉਹ ਮੈਗਜ਼ੀਨ ਆ ਜਿਹੜੇ ਸਿਆਸੀ ਚੇਤਨਾ ਦਿੰਦੇ ਜੀ ਜੀ। ਕੁਝ ਮੈਗਜ਼ੀਨ ਇਹ ਵੀ ਹੈ ਕਿ ਜਿਹੜੇ ਇੱਕ ਵਿਸ਼ੇਸ਼ ਮਿਸ਼ਨ ਦੇ ਅਧੀਨ ਛਪਦੇ ਆ, ਕੁਝ ਇਹ ਕਿ ਜਿਹੜੇ ਇੱਕ ਵਿਸ਼ੇਸ਼ ਸਾਹਿਤ ਨੂੰ ਕੇਟਰ ਕਰਦੇ। ਜਿਵੇਂ ਪ੍ਰਵਾਸੀ ਸਾਹਿਤ ਬਾਰੇ ਮੈਗਜ਼ੀਨ ਨਿਕਲਦਾ, ਪ੍ਰਵਾਸ ਹੀ ਉਹਦਾ ਨਾਂ ਹੈ ਜੀ। ਤਾਂ ਉਹ SP ਸਿੰਘ, ਸੁਰਿੰਦਰਪਾਲ ਸਿੰਘ ਜਿਹੜੇ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹੇ, ਉਹ ਉਹਨੂੰ ਕੱਢਦੇ। ਸੋ ਮੈਨੂੰ ਇਹ ਲੱਗਦਾ ਕਿ ਪੰਜਾਬੀ ਦੀ ਜਿਹੜੀ ਮੈਗਜ਼ੀਨਾਂ ਦਾ ਸੰਸਾਰ ਆ ਬਹੁਤ ਰੰਗ ਬਿਰੰਗਾ ਅਤੇ ਬਹੁਤ ਇਹਦੇ ਵਿੱਚ ਨਵੇਂ ਨਵੇਂ ਫੁੱਲ ਖਿੜਦੇ ਰਹਿੰਦੇ ਆ। ਪਰ ਮੈਗਜ਼ੀਨਾਂ ਲਈ ਇੱਕੋ ਹੀ ਗੱਲ ਆ ਕਿ ਜੇ ਰੈਗੂਲਰਿਟੀ, ਲਗਾਤਾਰਤਾ ਬਣੀ ਰਹੇ, ਸਾਰੇ ਜਿਹੜੇ ਵੰਨਗੀਆਂ ਉਹਨਾਂ ਨੂੰ ਥਾਂ ਦਿੱਤੀ ਜਾਵੇ। ਵੰਨਗੀਆਂ ਇਕੱਲੀਆਂ ਵਿਧਾ ਵਜੋਂ ਹੀ ਨਹੀਂ, ਵੰਨਗੀਆਂ ਲੇਖਕ ਵੀ ਇਹ ਨਹੀਂ ਕਿ ਸਿਰਫ ਆਪਣੇ ਨੇੜੇ ਦੇ ਜਾਂ ਆਪਣੇ ਧੜੇ ਦੇ ਜਾਂ ਆਪਣੇ ਪੱਖ ਦੇ ਹੀ ਛਾਪਣੇ ਜੀ। ਜੇ ਸਾਰੇ ਜਿਹੜੇ ਲੋਕਾਂ ਨੂੰ ਛਾਪਦੇ ਆ ਤਾਂ ਉਹਨਾਂ ਦਾ ਪਾਠਕ ਦਾ ਘੇਰਾ ਵੀ ਵੱਡਾ ਹੋ ਜਾਂਦਾ। ਪਰ ਹਾਲ ਦੀ ਘੜੀ ਜਿੰਨਾ ਕੁ ਮੇਰਾ ਇਹਦੇ ਬਾਰੇ ਜਾਣਕਾਰੀ ਆ ਕਿ ਇਹ ਕੋਈ ਜਨੂਨ ਦਾ, ਸ਼ੌਕ ਦਾ, ਇਸ਼ਕ ਦਾ ਕੰਮ ਆ। ਹਾਲ ਦੀ ਘੜੀ ਇਹ ਕੋਈ ਪੈਸਾ ਕਮਾਉਣ ਦਾ ਨਹੀਂ ਗਾ ਜੀ।